शिकार दे वास्ते शिकारी नूं पानी पहचान करन दी दा पता होना चाहिए। अगर उन्होंने पता है तो फिर वो बहुत अच्छी तरह जज करके तो उस जगह ते बैठेगा। खास तौर पर दरियावां विच होंदा है कि जिथे पानी स्लो चल रहा है ना ਉਹਦੇ ਨਾਲ जगह होंदियां ने मच्छी भी उत्थे ही रुकदी है आके स्लो पानी ते। अच्छा जिथे उन्हें कोई रुकावट मिलती है तो उत्थे ਉਹਦਾ शिकार हो सकता है। 2000 ਲਾਇਸੈਂਸ ਦੀ ਫੀਸ ਕਰ ਦਿੱਤੀ ਗਈ ਹੈ। ਅਸੀਂ ਕਹਿੰਦੇ ਆ ਤੁਸੀਂ 2000 ਕਰ ਲਈਏ ਨਾ, ਕੁੰਡੀਆਂ ਦੀ ਵੀ ਜਿਹੜੀ ਨਾ ਤਦਾਦ ਵਧਾਓ। ਅੱਜ ਤੋਂ 100 ਸਾਲ ਪਿੱਛੇ ਵੀ ਟੁਰ ਜਾਓ ਤੇ 2 ਕੁੰਡੀਆਂ ਸਨ, ਅਜੇ ਵੀ 2 ਕੁੰਡੀਆਂ ਦਾ ਹੀ ਜਿਹੜਾ ਨਾ ਇਜਾਜ਼ਤ ਮਿਲਦੀ ਪਈ ਹੈ ਸਾਨੂੰ। ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਸਾਰੇ ਦੋਸਤਾਂ ਅੱਗੇ ਜਿਹੜੇ ਦੇਖ ਰਹੇ ਨੇ ਸੁਣ ਰਹੇ ਨੇ, ਆਪਣੇ ਬੱਚਿਆਂ ਨੂੰ ਆਪੇ ਤੁਸੀਂ ਕੋਸ਼ਿਸ਼ ਕਰੋ ਕਿ ਇਸ ਤਫਰੀਹ ਵਾਸਤੇ ਲੈ ਕੇ ਜਾਓ ਦਰਿਆਵਾਂ ਦੇ ਉੱਤੇ। ਇੱਕ ਤੇ ਪਿਕਨਿਕ ਦੇ ਜ਼ਰੀਏ ਨਾਲ ਜਾਓ, ਤੁਸੀਂ ਇਹ ਨਾ ਸੋਚੋ ਕਿ ਮੱਛੀ ਫੜਨੀ ਹੈ ਤੇ ਫੇਰ ਹੀ ਇੱਕ ਪਿਕਨਿਕ ਦੇ ਨਜ਼ਰੀਏ ਨਾਲ ਜਾਓ ਕਿ ਉੱਥੇ ਜਾ ਕੇ ਤੁਸੀਂ ਬੈਠੋ, ਫੈਮਿਲੀ ਲੈ ਕੇ ਜਾਓ, ਖਾਓ ਪੀਓ ਪਕਾਓ, ਨਾਲ ਫਿਸ਼ਿੰਗ ਕਰੋ। ਕਿਉਂਕਿ ਤੁਸੀਂ ਸਟਾਰਟ ਦੇ ਵਿੱਚ ਤੇ ਬੱਚਿਆਂ ਨੂੰ ਗਡੋਏ ਤੇ ਕੱਢ ਕੇ ਦੇ ਨਹੀਂ ਸਕਦੇ ਤੇ ਲੇਕਿਨ ਇਹ ਵੇ ਕਿ ਆਟਾ ਤੇ ਭੋਰੇ ਇਹ ਇੱਕ ਆਮ ਚੀਜ਼ਾਂ ਨੇ। ਉਹਦੇ ਬਾਅਦ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਮੱਛਲੀ, ਇਹਦਾ ਮੁਰਗੀ ਦਾ ਦਿਲ। ਇਹ ਤੁਸੀਂ ਕੁੰਡੀ ਦੇ ਨਾਲ ਉਤੋਂ ਦਿਲ ਲਵੋ ਬਾਜ਼ਾਰੋਂ, ਸਾਫ ਸੁਥਰਾ ਕੰਮ ਹੈ, ਕੋਈ ਮਤਲਬ ਗੰਦਗੀ ਵਾਲੀ ਚੀਜ਼ ਨਹੀਂ ਹੈਗੀ। ਕੁੰਡੀ ਦੇ ਨਾਲ ਲਗਾ ਦਿਓ ਤੇ ਕੁੰਡੀ ਵਿੱਚ ਸੁੱਟ ਦਿਓ। ਮੈਂ ਅੱਜ ਤੱਕ ਜਿਹੜਾ ਨਾ 22 ਕਿਲੋ ਦੀ ਮੱਛੀ ਸਭ ਤੋਂ ਵੱਡੀ ਫੜੀ ਰਾਵੀ ਤੋਂ ਫੜੀ ਹੈ। ਉਸ ਤੋਂ ਇਲਾਵਾ WhatsApp ਦੇ ਟੂਰਨਾਮੈਂਟਾਂ ਦੇ ਵਿੱਚ ਵੀ ਮੈਂ 8-8 ਕਿਲੋ ਦੀਆਂ ਵੀ 7-7 ਕਿਲੋ ਦੀਆਂ ਵੀ ਮੱਛੀਆਂ ਫੜੀਆਂ ਨੇ। ਸ਼ਿਕਾਰੀਆਂ ਨੂੰ ਆਪਣੇ ਵੱਲੋਂ ਜਿਹੜੀ ਵੀ ਇਨਫੋਰਮੇਸ਼ਨ ਦੇ ਸਕਦੇ ਹੋ ਦੱਸੋ ਤਾਂ ਕਿ ਉਹਨਾਂ ਦਾ ਸ਼ੌਕ ਵੀ ਵਧੇ ਤੇ ਉਹਨਾਂ ਨੂੰ ਪ੍ਰੈਕਟਿਸ ਵੀ ਹੋਏ ਅਮਲੀ ਤੌਰ ਦੇ ਉੱਤੇ। ਇਹ ਨਹੀਂ ਕਿ ਤੁਸੀਂ ਆਪਣੇ ਸ਼ਾਗਿਰਦ ਨੂੰ ਹੀ ਸਿਰਫ ਦੱਸਣਾ ਹੈ, ਉਸ ਤੋਂ ਇਲਾਵਾ ਵੀ ਤੁਸੀਂ ਦੱਸੋ। ਜਾ ਕੇ ਦੇਖਿਆ ਤੇ ਉਹਨਾਂ ਨੂੰ ਇੱਕ ਰੋਹ ਲਗਾ ਦਾ ਤਕਰੀਬਨ ਕੋਈ 19 ਕਿਲੋ ਦਾ। ਅੱਛਾ ਇਹ ਛੋਟੀ ਸਾਰੀ ਕੁੰਡੀ ਨਾਲ। ਤੇ ਮੱਛਲੀ ਦੀ ਖਾਸੀਅਤ ਹੈ ਕਿ ਜਦੋਂ ਇਨਸਾਨੀ ਹੱਥ ਉਹਨੂੰ ਲੱਗ ਜਾਏ ਨਾ, ਇਨਸਾਨੀ ਹੱਥ 'ਚ ਇੰਨੀ ਕਸ਼ਿਸ਼ ਹੈ ਕਿ ਉਹ ਮੱਛੀ ਜਿਹੜੀ ਹੈ ਨਾ ਆਰਾਮ ਹੋ ਜਾਂਦੀ ਹੈ, ਉਹ ਅੱਗੋਂ ਹਿਲਦੀ ਨਹੀਂ। ਫਿਰ ਛੋਟੀ ਹੈ ਮੱਛੀ ਕਿ ਵੱਡੀ ਹੈ ਮੱਛੀ, ਉਹਦੇ ਮੁਤਾਬਕ ਤੁਸੀਂ ਉਹਨੂੰ ਐਡਜਸਟ ਕਰ ਲਓ ਅੱਗੋਂ ਰੀਲ ਨੂੰ। ਉਹ ਜਿੰਨਾ ਉਹ ਅਗਰ ਉਹ ਖਿੱਚੇ ਤੇ ਉਹ ਖਿੱਚ ਸਕੇ ਡੋਰ ਨੂੰ, ਅਗਰ ਤੁਸੀਂ ਉਹਨੂੰ ਲਪੇਟਣਾ ਚਾਹੋ ਤਾਂ ਤੁਸੀਂ ਲਪੇਟ ਲਵੋ। ਮਤਲਬ ਦੋਵਾਂ ਪਾਸੇ ਇਕੁਅਲ ਸਟਰੈਂਥ ਹੋ ਜਾਏ। ਜਦੋਂ ਇਕੁਅਲ ਸਟਰੈਂਥ ਹੋ ਜਾਏਗੀ ਨਾ ਫਿਰ ਉਹ ਮੱਛੀ ਘਬਰਾਏਗੀ ਨਹੀਂ। ਮੈਂ 103 ਕਿਲੋ ਦਾ ਇੱਕ ਸ਼ਿਕਾਰ ਪਕੜਿਆ ਸੀ, ਖੱਗਾ ਕਹਿੰਦੇ ਨੇ ਉਹਨੂੰ, ਰਾਵੀ ਖੱਗਾ, ਦਰਿਆ ਜੇਹਲਮ ਤੋਂ। 103 ਕਿਲੋ ਦਾ। ਉਹ ਮੇਰੀ ਹੌਸਲਾ ਅਫਜ਼ਾਈ ਕਰਨ ਵਾਲਾ ਇੱਥੇ ਕੋਈ ਵੀ ਨਹੀਂ ਸੀ ਹੈਗਾ। ਠੀਕ ਹੈ, ਇਹ ਤਾਰਕ ਭੱਟ ਸਾਹਿਬ ਦੀ ਮਿਹਰਬਾਨੀ। ਇਹਨਾਂ ਨੇ ਆਪਣੇ ਉੱਥੇ ਕੋਈ ਫੰਕਸ਼ਨ ਕਰਾਇਆ ਸਿਆਲਕੋਟ ਜੀ, ਸਿਆਲਕੋਟ। ਇੱਥੋਂ ਮੈਨੂੰ ਉਹਨਾਂ ਸਪੈਸ਼ਲੀ ਬੁਲਾਇਆ। ਉੱਥੇ ਨੇ ਇਹਨਾਂ ਨੇ ਮੈਨੂੰ ਸ਼ੀਲਡ ਦਿੱਤੀ, ਸਪੈਸ਼ਲੀ ਤੌਰ 'ਤੇ ਇਨਾਮ ਦਿੱਤੇ, ਮੇਰੀ ਹੌਸਲਾ ਅਫਜ਼ਾਈ ਕੀਤੀ। ਜਿਹੜੇ ਮਾਫੀਆ ਨੇ ਜਾਂ ਚੋਰ ਸ਼ਿਕਾਰੀ ਨੇ, ਇਹ ਗਰਨੇਡ ਜਾਂ ਬੰਬ ਵਗੈਰਾ ਲਗਾ ਕੇ ਜਾਂ ਜ਼ਹਿਰਲੂਦਾ ਚੀਜ਼ਾਂ ਡਾਲ ਕੇ ਦਰਿਆ ਦੇ ਉੱਤੇ ਇਹ ਮਛਲੀ ਦੀ ਫਜ਼ਾਇਸ਼ ਨੂੰ ਬਹੁਤ ਕੰਮ ਕਰਦੇ ਪਏ ਨੇ। ਅਸੀਂ ਇਸ ਹਵਾਲੇ ਨਾਲ ਕਲੱਬ ਬਣਾਈਏ ਵੀ ਅਸੀਂ ਉਹਨਾਂ ਦੀ ਰੋਕਥਾਮ ਵਾਸਤੇ ਅੱਗੇ ਆਪਣਾ ਕਦਮ ਉਠਾਵਾਂਗੇ। ਮੈਂ ਕਿਹਾ ਮੱਛੀ ਨਹੀਂ ਜੇ, ਇਹ ਕੋਈ ਹੋਰ ਸ਼ੈ ਜੇ, ਕਛੂਆ ਵਗੈਰਾ ਜੇ। ਕਹਿੰਦੇ ਨਹੀਂ ਮੱਛੀ ਹੈ। ਮੈਂ ਕਿਹਾ ਕੱਢੋ ਹਾਂ, ਫਿਰ ਮੈਂ ਪਤਾ ਲੱਗ ਜਾਂਦਾ। ਉਹ ਲੱਗੇ ਰਹੇ ਬੜੀ ਦੇਰ ਬਾਅਦ ਉਹਨਾਂ ਨੇ ਨੇੜੇ ਆਂਦਾ। बिस्मिल्लाहिर्रहमानिर्रहीम। प्यारे वेखन वालिओ, कल असी एक बड़ा ही खूबसूरत विलाग तुहाडी खिदमत दे विच पेश कीता, जिहदे विच असी तुहानूं दस्सिया कि साडे शहर गुजरांवाला दे एक मारूफ सनतकार नैचुरल इलैक्ट्रिक एंड गैस होम अपलाइंसिस बनाने वाले तारक भट्ट साहब होरां ने पूरे पाकिस्तान तो मछली दे शिकार दे असातज़ा गुजरांवाला अपनी फैक्ट्री दे विच बुलवाए। उन्हां दे एजाज़ दे विच एक बड़ी खूबसूरत तकरीब दा एहतमाम कीता, जिहदे विच तमाम असातज़ाए फ़न ने तशरीफ़ लिया के एक ते शिरकत कीती, साडे शहर गुजरांवाला दे मुअज़्ज़ज़ मेज़बानां दा मान वधाया। दूजा उन्हां अपने बहुत सारे तजर्बे साडे नाल भी शेयर कीते। अपनी जिंदगी दे विच आउण वाले खुशगवार तजर्बात मछली दे शिकार दे हवाले दे नाल जेड़े उन्हां नूं पेश आए, उन्हां बारे सानूं जानकारी दित्ती। अज असी उन्हां दोस्तां दे विचों कुछ होर दोस्तां दे नाल तुहानूं मिलवाना चाहते हैं, क्योंकि साडे पहले विलाग दे विच टाइम दी चूंकि पाबंदी हुंदी है ते असी सिर्फ अपने 2 दोस्तां दे नाल ही तुहानूं मिलवाया सी।
ਅੱਜ ਅਸੀਂ ਤੁਹਾਨੂੰ ਮਿਲਵਾਉਣ ਲਈ ਜਾ ਰਹੇ ਹਾਂ ਸਿਆਲਕੋਟ ਐਂਗਲਰਜ਼ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਾਹਿਦ ਸੁਲਹਿਰੀਆ ਹੋਰਾਂ ਦੇ ਨਾਲ, ਜਿਹੜੇ ਆਪੋ ਵੀ ਇੱਕ ਵੱਡੇ ਮੱਛਲੀ ਦੇ ਸ਼ਿਕਾਰੀ ਨੇ ਔਰ ਇਸ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਵੀ ਨੇ। अस्सलाम वालेकुम जी। ਵਾਲੇਕੁਮ अस्सलाम वरहमतुल्लाह वबरकातुह। शाहिद साहब, ये दसो सब तो पहले कि ये जिहड़ी तुहाडी सियालकोट एंगलर एसोसीएशन है, जिहदे के सरप्रस्त आला तारक भट्ट साहब ने, नैचुरल कुकिंग रेंज वाले, ਇਹਦੇ ਕੀ ਅਗਰਾਜ਼ੋ ਮਕਾਸਦ ਨੇ? ਇਹ ਕਿਸ ਤਰ੍ਹਾਂ ਜਿਹੜੇ ਮੱਛਲੀ ਦੇ ਸ਼ਿਕਾਰੀ ਨੇ ਉਹਨਾਂ ਦੀ ਕਿਸ ਤਰ੍ਹਾਂ ਇਹ ਨਿਗਹਿਬਾਨੀ ਕਰਦੀ ਹੈ, ਉਹਨਾਂ ਦੇ ਹਕੂਕ ਦੀ ਕਿਸ ਤਰ੍ਹਾਂ ਹਿਫਾਜ਼ਤ ਕਰਦੀ ਹੈ ਤੁਹਾਡੀ ਐਸੋਸੀਏਸ਼ਨ? ਜੀ, ਮੈਂ ਗੁਜ਼ਾਰਿਸ਼ਾਤ ਕਰਾਂਗਾ ਚੰਦ ਨੁਕਾਤ ਨੇ ਜਿਨ੍ਹਾਂ ਤੇ ਅਸੀਂ ਇਹ ਲੈ ਕੇ ਚੱਲੇ ਆ ਜੀ, ਤੇ ਖਸੂਸੀ ਤੌਰ ਤੇ ਮੈਂ ਦੋ ਨਾਂ ਨੇ ਸਾਡੇ ਬੜੇ ਵੱਡੇ ਜੀ, ਸਿਆਲਕੋਟ ਤੋਂ ਤਾਰਕ ਭੱਟ ਸਾਹਿਬ ਜਿਹੜੇ ਸਰਪ੍ਰਸਤ ਆਲਾ ਨੇ ਜੀ, ਤੇ ਬੜੀ ਜ਼ਾਤੀ ਤੌਰ ਤੇ ਸਿਰਦਰਦ ਲੈ ਕੇ ਇਹਨੂੰ ਚਲਾਉਂਦੇ ਪਏ ਨੇ, ਕਿਉਂਕਿ ਸ਼ਿਕਾਰੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਮੁਖਾਲਫਤ ਵੀ ਕਾਫੀ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਦੂਸਰੇ ਸ਼ਿਕਾਰੀ ਕਰਦੇ ਨੇ। ਦੂਸਰੇ ਸਾਡੇ ਸਦਰ ਨੇ ਨਾ ਜ਼ਫਰ ਜਾਫਰੀ ਸਾਹਿਬ, ਜਾਫਰੀ ਐਂਡ ਕੰਪਨੀ ਵਾਲੇ ਸਿਆਲਕੋਟ ਵਾਲੇ, ਉਹ ਵੀ ਮਾਸ਼ਾਅੱਲਾ ਇਹਨਾਂ ਦੇ ਸ਼ਾਨਾ ਬਸ਼ਾਨਾ ਖੜੇ ਨੇ। ਲੇਕਿਨ ਮੈਂ ਖਸੂਸੀ ਤੌਰ ਤੇ ਤਾਰਕ ਭੱਟ ਸਾਹਿਬ ਦਾ ਜ਼ਿਕਰ ਕਰਾਂਗਾ, ਉਹ ਇਸ ਵਾਸਤੇ ਕਿ ਇਹਨਾਂ ਨੇ ਉਹਨਾਂ ਸ਼ਿਕਾਰੀਆਂ ਨੂੰ ਵੀ ਲੈ ਕੇ ਚੱਲੇ ਨੇ ਜਿਹੜੇ ਬਿਲਕੁਲ ਸ਼ਿਕਾਰ ਖੇਡ ਨਹੀਂ ਸਨ ਸਕਦੇ, ਲੇਕਿਨ ਆਪਣੀ ਗੱਡੀ ਤੇ ਇਹ ਉਹਨਾਂ ਨੂੰ ਲਿਜਾਂਦੇ ਨੇ, ਸਪੈਸ਼ਲੀ ਆਪਣਾ ਸਾਰਾ ਖਰਚਾ ਕਰਕੇ ਉਹਨਾਂ ਨੂੰ ਉੱਥੇ ਸ਼ਿਕਾਰ ਵੀ ਖਿਡਾਉਂਦੇ ਨੇ, ਖਾਣੇ ਵੀ ਖਵਾਉਂਦੇ ਨੇ, ਅਕਸਰ ਪਾਰਟੀਆਂ ਕਰਦੇ ਰਹਿੰਦੇ ਨੇ, ਇਹ ਗੈਟ ਟੂਗੈਦਰ ਕਰਦੇ ਰਹਿੰਦੇ ਨੇ। ਸਿਆਲਕੋਟ ਤੋਂ ਆ ਗਏ ਨੇ, ਅਸੀਂ ਯਕੀਨ ਕਰੋ ਕਿ ਬੜੇ ਅਫਸੁਰਦਾ ਵੀ ਹਾਂ ਤੇ ਇਹਨਾਂ ਵਾਸਤੇ ਦੁਆ ਗੋ ਵੀ ਹਾਂ ਕਿ ਮਾਸ਼ਾਅੱਲਾ ਇਹਨਾਂ ਦਾ ਕਾਰੋਬਾਰ ਵੀ ਅੱਲਾਹ ਕਾਮਯਾਬ ਕਰੇ, ਇਹਨਾਂ ਨੂੰ ਮਜ਼ੀਦ ਹੋਰ ਤਰੱਕੀਆਂ ਦੇਵੇ। ਤੇ ਜਿਸ ਤਰ੍ਹਾਂ ਕਾਰੋਬਾਰ ਉਹਨਾਂ ਦਾ ਸਾਰਾ ਕੁਝ ਨਾਲ ਸੀ ਤੇ ਫਿਰ ਉਹਨਾਂ ਇੱਥੇ ਹੀ ਆਉਣਾ ਸੀ ਨਾ। ਜੀ ਬਿਲਕੁਲ, ਜੀ ਬਿਲਕੁਲ, ਮਾਸ਼ਾਅੱਲਾ। ਅੱਛਾ, ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੂੰ ਹਾਲੇ ਛੋਟਾ ਛੋਟਾ ਸ਼ੌਕ ਪੈਂਦਾ ਹੀ ਹੈ ਜੀ ਜੀ ਮੱਛੀ ਦੇ ਸ਼ਿਕਾਰ ਦਾ, ਉਹਨੂੰ ਅੱਗੋਂ ਬਾਕੀ ਜਿਹੜੀ ਇਸ ਸ਼ੌਕ ਦੀ ਫੇਮ ਫਿਰ ਭੱਟ ਸਾਹਿਬ ਲਾ ਦਿੰਦੇ ਨੇ। ਜੀ, ਭੱਟ ਸਾਹਿਬ ਦੀ ਉਹੀ ਮੈਂ ਦੱਸ ਰਿਹਾ ਵਾਂ ਕਿ ਫਿਰ ਨਾਲ ਲਿਜਾਂਦੇ ਨੇ ਬਕਾਇਦਾ ਉਹਨਾਂ ਦੋਸਤਾਂ ਨੂੰ ਕਿ ਜਿਹੜੇ ਸਾਡੇ ਹਾਰ ਦੇ ਵੀ ਨੇ ਵਿੱਚ ਕਿ ਜਿਹੜੇ ਦਰਮਿਆਨੇ ਤਬਕੇ ਦੇ ਲੋਕ ਆ ਅਸੀਂ, ਮਤਲਬ ਪੱਲਿਓਂ ਖਰਚਾ ਕਰਕੇ ਨਾਲ ਖਿਡਾ ਕੇ ਪੂਰੀ ਤਫਰੀਹ ਦਿੰਦੇ ਨੇ, ਘਰੋਂ ਹੀ ਬਿਠਾਣਾ ਹੈ ਤੇ ਘਰ ਹੀ ਲਿਆ ਕੇ ਲਾਣਾ ਹੈ। ਇਹ ਬੜਾ ਇੱਕ ਨਹੀਂ, ਵੇਖੋ ਜੀ, ਇਹ ਤੇ ਉਹਨਾਂ ਦੀ ਬੜੀ ਵੱਡੀ ਇੱਕ ਖਿਦਮਤ ਹੈ ਨਾ, ਔਰ ਉਹਨਾਂ ਦੀ ਇਹ ਇੱਕ ਸਿਹਤਮੰਦ ਸਰਗਰਮੀ ਦੇ ਫਰੋਗ ਵਾਸਤੇ ਭੱਟ ਸਾਹਿਬ ਦਾ ਬੜਾ ਵੱਡਾ ਹਿੱਸਾ ਹੈ ਕਿ ਪੱਲਿਓਂ ਪੈਸੇ ਲਾ ਕੇ 10 ਇਨਾਮਾਤ ਕੱਲ੍ਹ ਉਹਨਾਂ ਆਪਣੇ ਪ੍ਰੋਗਰਾਮ ਵਿੱਚ ਸਾਨੂੰ ਦੱਸਿਆ ਸੀ ਕਿ ਅਸੀਂ ਕਿਸ ਤਰ੍ਹਾਂ ਟੂਰਨਾਮੈਂਟ ਕਰਾਉਂਦੇ ਹਾਂ, ਔਰ ਮੋਟਰਸਾਈਕਲਾਂ ਵੱਡੀਆਂ ਛੋਟੀਆਂ, LCDਆਂ, ਫਰਿੱਜਾਂ, ਬੜੇ ਇਨਾਮਾਤ ਵੀ ਦਿੰਦੇ ਨੇ। ਮਤਲਬ ਪੱਲਿਓਂ ਲਾ ਕੇ ਇੱਕ ਸਿਹਤਮੰਦ ਸਰਗਰਮੀ ਨੂੰ, ਇੱਕ ਅੱਛੀ ਖੇਲ ਨੂੰ ਫਰੋਗ ਦੇਣਾ, ਇਹ ਬੜੀ ਵੱਡੀ ਗੱਲ ਹੈ। ਇਹ ਠੀਕ ਹੈ। ਤੁਸੀਂ ਇਹ ਦੱਸੋ ਕਿ ਜਿਹੜੀ ਤੁਹਾਡੀ ਐਸੋਸੀਏਸ਼ਨ ਹੈ, ਤੁਹਾਡੇ ਸ਼ਿਕਾਰੀਆਂ ਦੇ ਤਾਂ ਬਹੁਤ ਸਾਰੇ ਮਸਲੇ ਨੇ। ਜੀ ਜੀ, ਕੱਲ ਹੁਣ ਸਾਨੂੰ ਇੰਟਰਵਿਊ ਜਿਹੜਾ ਦਿੱਤਾ ਗਿਆ ਉਹਦੇ ਵਿੱਚ ਖਲੀਫਾ ਉਮਰ ਭੱਟ ਸਾਹਿਬ ਹੋਰਾਂ ਦੱਸਿਆ ਸੀ ਕਿ ਮਹਿਕਮਾ ਫਿਸ਼ਰੀਜ਼ ਜਿਹੜਾ ਉਹਨੇ ਇੱਕ ਤੇ ਸ਼ਿਕਾਰ ਦਾ ਜਿਹੜਾ ਲਾਇਸੈਂਸ ਹੈ ਇਹਦੀ ਬਹੁਤ ਜ਼ਿਆਦਾ ਫੀਸ ਵਧਾਤੀ ਹੈ। ਜੀ ਜੀ, ਦੂਜਾ ਉਹਨਾਂ ਦੱਸਿਆ ਕਿ ਜਿੱਥੇ ਅਸੀਂ ਸ਼ਿਕਾਰ ਖੇਡਦੇ ਹਾਂ, ਹੁਣ ਅੱਲਾਹ ਪਾਕ ਦੀ ਮਖਲੂਕ ਹੈ, ਕਰੋੜਾਂ ਮੱਛੀਆਂ ਆ ਰਹੀਆਂ ਨੇ ਦਰਿਆ ਦੇ ਵਿੱਚ, ਤੇ ਕਿਧਰੇ ਕੋਈ ਇੱਕ ਗਰੀਬ ਆਦਮੀ ਕੁੰਡੀ ਲਾ ਕੇ ਅਗਰ ਬੈਠਾ ਤੇ ਇੱਕ ਅੱਧਾ ਦਾਣਾ ਉਹਨੇ ਫੜਨਾ ਮੱਛੀ ਦਾ, ਉਹਨੂੰ ਆ ਕੇ ਠੇਕੇਦਾਰ ਲੜਦੇ ਨੇ, ਹਰਡਲ ਕ੍ਰੀਏਟ ਕਰਦੇ ਨੇ, ਉਹਨੂੰ ਸ਼ਿਕਾਰ ਨਹੀਂ ਖੇਡਣ ਦਿੰਦੇ। ਤੁਸੀਂ ਜੋ ਐਸੋਸੀਏਸ਼ਨ ਬਣਾਈ ਹੈ, ਇਹਦੇ ਤਹਿਤ ਤੁਸੀਂ ਸ਼ਿਕਾਰੀਆਂ ਦੇ ਹਕੂਕ ਦੀ ਕੋਈ ਹਿਫਾਜ਼ਤ ਕਰਦੇ ਹੋ? ਕੋਈ ਉਹਨਾਂ ਦੇ ਹੱਕ ਤਲਫੀ ਜਿੱਥੇ ਹੁੰਦੀ ਹੈ ਉਹਦੀ ਤੁਸੀਂ ਆਵਾਜ਼ ਕਿਤੇ ਬੁਲੰਦ ਕਰਦੇ ਹੋ? ਜੀ, ਮੈਂ ਗੁਜ਼ਾਰਿਸ਼ ਕਰਾਂ ਕਿ ਸਾਡੀ ਐਸੋਸੀਏਸ਼ਨ ਦੇ ਸਦਰ ਸਾਹਿਬ ਵੀ ਜਿਹੜੇ ਨੇ ਉਹ ਵੀ ਮੁਤਹਰਕ ਨੇ। ਭੱਟ ਸਾਹਿਬ ਜ਼ਾਤੀ ਤੌਰ ਤੇ ਬੜਾ ਅਪਰੋਚ ਕਰਦੇ ਨੇ, ਜਿੱਥੇ ਜਿੱਥੇ ਤਲਕਾਤ ਲੜਾ ਕੇ ਅਸੀਂ ਕਰ ਸਕਨੇ ਆ, ਫਿਰ ਭੱਟ ਸਾਹਿਬ ਸਾਨੂੰ ਖਸੂਸੀ ਤੌਰ ਤੇ ਮੈਨੂੰ ਹਦਾਇਤ ਕਰਦੇ ਨੇ ਕਿ ਤੁਸੀਂ ਇਹ ਕਾਰਸਪੈਂਡਸ ਕਰੋ, ਦਰਖਾਸਤਾਂ ਦਿਓ, ਸਾਰਾ ਸਾਡੇ ਹਵਾਲੇ ਦੇ ਨਾਲ, ਸਾਡਾ ਸਰਪ੍ਰਸਤੀ ਦੇ ਵਿੱਚ ਰੇਂਜਰ ਤੱਕ ਵੀ ਭੱਟ ਸਾਹਿਬ ਜਿਹੜਾ ਨਾ ਅਪਰੋਚ ਕਰਦੇ ਨੇ, ਤਾਂ ਕਿ ਉਹ ਜਿਹੜੇ ਮਸਾਇਲ ਸਾਡੇ ਵਾਸਤੇ ਪੇਸ਼ ਆਉਂਦੇ ਨੇ, ਠੇਕੇਦਾਰ ਦੇ ਮਸਾਇਲ ਸਾਡੇ ਵਾਸਤੇ ਬਹੁਤ ਜ਼ਿਆਦਾ ਨੇ। ਵਾਕਈ ਇਹ ਗੱਲ ਤੁਹਾਡੀ ਸਹੀ ਹੈ, ਆਮ ਸ਼ਿਕਾਰੀ ਜਿਹੜਾ ਬੜਾ ਮੁਸ਼ਕਲ ਦੇ ਵਿੱਚ ਹੁੰਦਾ ਵੇ, ਲੇਕਿਨ ਭੱਟ ਸਾਹਿਬ ਇਹ ਕਹਿੰਦੇ ਨੇ ਕਿ ਤੁਸੀਂ ਜਾ ਕੇ ਮਹਿਕਮੇ ਦੇ ਨਾਲ ਵੀ ਜਿਹੜਾ ਨਾ ਕੋਆਰਡੀਨੇਸ਼ਨ ਕਰੋ, ਤਾਂ ਕਿ ਉਹਨਾਂ ਨੂੰ ਇੱਥੇ ਤੱਕ ਅਸੀਂ ਅਪਰੋਚ ਕੀਤੀ ਹੈ ਕਿ ਸਾਡੀ ਜਿਹੜੀ 2000 ਲਾਇਸੈਂਸ ਦੀ ਫੀਸ ਕਰ ਦਿੱਤੀ ਗਈ ਹੈ। ਅਸੀਂ ਕਹਿੰਦੇ ਆ ਤੁਸੀਂ 2000 ਕਰ ਲਈਏ ਨਾ, ਕੁੰਡੀਆਂ ਦੀ ਵੀ ਜਿਹੜੀ ਨਾ ਤਾਦਾਦ ਵਧਾਓ। ਅੱਜ ਤੋਂ
100 ਸਾਲ ਪਿੱਛੇ ਵੀ ਟੁਰ ਜਾਓ ਤੇ 2 ਕੁੰਡੀਆਂ ਸਨ, ਅਜੇ ਵੀ 2 ਕੁੰਡੀਆਂ ਦਾ ਹੀ ਜਿਹੜਾ ਨਾ ਇਜਾਜ਼ਤ ਮਿਲਦੀ ਪਈ ਹੈ ਸਾਨੂੰ। ਅਸੀਂ ਕਹਿੰਦੇ ਪਏ ਹਾਂ ਕਿ ਸਾਨੂੰ WhatsApp ਵੀ ਇਹੋ ਹੀ ਗੁਜ਼ਾਰਿਸ਼ ਕਰ ਰਹੇ ਨੇ ਸਾਰਿਆਂ ਅੱਗੇ ਕਿ ਸਾਡੀਆਂ ਕਮ ਸੇ ਕਮ ਡੋਰਾਂ 4 ਤੇ ਕਰੋ ਨਾ, ਕਿ 4 ਡੋਰਾਂ ਲਗਾ ਕੇ ਸ਼ਿਕਾਰੀ ਬੈਠ ਸਕੇ, ਸ਼ਿਕਾਰ ਖੇਡ ਸਕੇ। ਠੀਕ ਹੈ ਜੀ। ਉਹਦੇ ਬਾਅਦ ਸ਼ਿਕਾਰੀ ਦਾ ਲਾਇਸੈਂਸ 30 ਰੁਪਏ ਤੋਂ 2000 ਤੇ ਆਇਆ ਹੈ, 2000 ਵੀ ਅਸੀਂ ਦੇਣੇ ਪਏ ਹਾਂ। ਅੱਛਾ ਜੀ, ਇਹ ਦੱਸੋਗੇ ਇੱਕ ਬੰਦੇ ਨੂੰ ਨਵਾਂ ਸ਼ੌਕ ਹੈ ਮੱਛੀ ਦਾ ਸ਼ਿਕਾਰ ਖੇਡਣਾ, ਮੈਂ ਚਾਹਨਾ ਮੇਰੇ ਦਿਲ 'ਚ ਸ਼ੌਕ ਪੈਦਾ ਹੁੰਦਾ ਹੈ, ਤੇ ਇੱਕ ਨਵੇਂ ਸ਼ੌਕੀਨ ਨੂੰ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਦੱਸੋ। ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਸਾਰੇ ਦੋਸਤਾਂ ਅੱਗੇ ਜਿਹੜੇ ਦੇਖ ਰਹੇ ਨੇ, ਸੁਣ ਰਹੇ ਨੇ, ਆਪਣੇ ਬੱਚਿਆਂ ਨੂੰ ਆਪੇ ਤੁਸੀਂ ਕੋਸ਼ਿਸ਼ ਕਰੋ ਕਿ ਇਸ ਤਫਰੀਹ ਵਾਸਤੇ ਲੈ ਕੇ ਜਾਓ ਦਰਿਆਵਾਂ ਦੇ ਉੱਤੇ। ਇੱਕ ਤੇ ਪਿਕਨਿਕ ਦੇ ਜ਼ਰੀਏ ਨਾਲ ਜਾਓ, ਤੁਸੀਂ ਇਹ ਨਾ ਸੋਚੋ ਕਿ ਮੱਛੀ ਫੜਨੀ ਹੈ ਤੇ ਫੇਰ ਹੀ ਇਹ। ਇੱਕ ਪਿਕਨਿਕ ਦੇ ਨਜ਼ਰੀਏ ਨਾਲ ਜਾਓ ਕਿ ਉੱਥੇ ਜਾ ਕੇ ਤੁਸੀਂ ਬੈਠੋ, ਫੈਮਿਲੀ ਲੈ ਕੇ ਜਾਓ, ਖਾਓ ਪੀਓ ਪਕਾਓ, ਨਾਲ ਫਿਸ਼ਿੰਗ ਕਰੋ। ਇਹ ਇੱਕ ਬੜਾ ਪੁਰਸਕੂਨ ਮਾਹੌਲ ਦੇ ਵਿੱਚ ਤੁਹਾਨੂੰ ਜਿਹੜਾ ਨਾ ਬੱਚਿਆਂ ਦੀ ਅਫਜ਼ਾਇਸ਼ ਵੀ ਅੱਛੀ ਹੋਏਗੀ, ਉਹਨਾਂ ਦਾ ਸ਼ੌਕ ਵੀ ਵਧੇਗਾ, ਇੱਕ ਬੁਰੀ ਚੀਜ਼ ਵੀ ਨਹੀਂ, ਬੁਰੀ ਸੁਸਾਇਟੀ ਦੇ ਵਿੱਚ ਵੀ ਨਹੀਂ ਜਾਣਗੇ ਜਦੋਂ ਇਸ ਲਾਈਨ ਦੇ ਵਿੱਚ ਲੱਗ ਜਾਣਗੇ। ਮੈਂ ਕਹਿੰਦਾ ਵਾਂ ਕਿ ਕਮ ਸੇ ਕਮ ਅੱਜ ਕੱਲ ਜਿਹੜੇ ਮੋਬਾਈਲ 'ਚ 24 ਘੰਟੇ ਬੱਚੇ ਫਸੇ ਰਹਿੰਦੇ ਨੇ, ਉੱਥੋਂ ਹੀ ਜਾਨ ਛੁੱਟੇਗੀ ਔਰ ਇੱਕ ਅੱਛੀ ਤਫਰੀਹ ਵੀ ਹੋ ਜਾਏਗੀ, ਪੂਰੀ ਫੈਮਿਲੀ ਜਾਏ। ਖੂਬਸੂਰਤ ਤੁਸੀਂ ਸੁਜੈਸ਼ਨ ਦਿੱਤੀ ਹੈ ਕਿ ਪਿਕਨਿਕ ਪੁਆਇੰਟ ਤੇ ਜਾਓ ਤੇ ਨਾਲੇ ਉੱਥੇ ਬੈਠ ਕੇ ਖਾਓ ਪੀਓ, ਆਪਣਾ ਹੱਲਾ ਗੁੱਲਾ ਮौज ਮਸਤੀ ਕਰੋ ਤੇ ਨਾਲ ਪਾਣੀ ਦੇ ਵਿੱਚ ਕੁੰਡੀ ਪਾ ਦਿਓ। ਅੱਛਾ, ਹੁਣ ਮੱਛੀ ਦਾ ਸ਼ਿਕਾਰ ਖੇਡਣ ਨੂੰ ਜਾਣਾ ਹੈ, ਕਿਹੜੀਆਂ ਚੀਜ਼ਾਂ ਲੈ ਕੇ ਜਾਈਏ? ਅਸਲਾ ਕਿਹੜਾ ਚਾਹੀਦਾ ਇਹ ਦੱਸੋ ਨਾ। ਜੀ ਮੈਂ ਗੁਜ਼ਾਰਿਸ਼ ਹਾਲਾਤ ਕਿਹੜੇ ਚਾਹੀਦੇ? ਡੋਰਾਂ ਬਹੁਤ ਸਸਤੀਆਂ ਨੇ, ਇਸ ਤਰ੍ਹਾਂ ਦੀਆਂ ਨਹੀਂ ਕਿ ਬੰਦਾ ਕਵੇ ਕਿ ਜੀ ਬੜੀ। ਤੁਸੀਂ ਦੇਖੋ, ਤੁਸੀਂ ਸਟਾਰਟ ਕਰਦੇ ਹੋ ਨਾ ਸ਼ਿਕਾਰ ਨੂੰ, ਸ਼ੁਰੂ ਕਰਦੇ ਹੋ ਜਦੋਂ, ਤੇ ਬਿਲਕੁਲ ਨਾਰਮਲ ਜੀਆਂ ਡੋਰਾਂ ਲਵੋ। ਤੁਹਾਨੂੰ 100 ਰੁਪਏ ਦੇ ਵਿੱਚ ਜਿਹੜਾ ਨਾ 2 ਡੋਰਾਂ ਵੀ ਮਿਲ ਜਾਣਗੀਆਂ, ਤੁਸੀਂ 2 ਹੀ ਤਾਂ ਖੇਡਣੀਆਂ ਨੇ। ਉਹਦੇ ਨਾਲ ਇੱਕ ਕੁੰਡੀ, ਨਾਲ ਇੱਕ ਛੋਟਾ ਜਿਹਾ ਵੇਟ ਹੋਣਾ ਹੈ। ਤੁਸੀਂ ਉਹਦੇ ਨਾਲ ਬੱਚਿਆਂ ਨੂੰ ਜੇ ਤਰਗੀਬ ਦਿੰਦੇ ਹੋ ਤੇ ਉਹਨਾਂ ਨੂੰ ਤੁਸੀਂ ਆਟਾ ਲਗਾ ਕੇ ਅੱਗੇ ਕੁੰਡੀ ਦੇ ਅੱਗੇ ਹੁੱਕ ਦੇ ਅੱਗੇ ਆਟਾ ਲਗਾ ਕੇ ਸੁੱਟਦੇ ਹੋ, ਉਹਨੂੰ ਵੀ ਮੱਛੀ ਲੱਗਦੀ ਏ। ਰੋਟੀ ਜਿਹੜੀ ਘਰ ਪਕਾਉਂਦੇ ਹੋ ਉਹਨੂੰ ਕੈਂਚੀ ਨਾਲ ਕੱਟ ਕੇ ਛੋਟੇ ਭੋਰੇ ਬਣਾ ਕੇ ਉਹ ਵੀ ਵਿੱਚ ਕੁੰਡੀ ਦੇ ਨਾਲ ਲਗਾ ਕੇ ਸੁੱਟਦੇ ਹੋ, ਉਹਨੂੰ ਵੀ ਮੱਛੀ ਲੱਗਦੀ ਏ। ਕਿਉਂਕਿ ਤੁਸੀਂ ਸਟਾਰਟ ਦੇ ਵਿੱਚ ਤੇ ਬੱਚਿਆਂ ਨੂੰ ਗਡੋਏ ਤੇ ਕੱਢ ਕੇ ਦੇ ਨਹੀਂ ਸਕਦੇ, ਤੇ ਲੇਕਿਨ ਇਹ ਵੇ ਕਿ ਆਟਾ ਤੇ ਭੋਰੇ ਇਹ ਇੱਕ ਆਮ ਚੀਜ਼ਾਂ ਨੇ। ਉਹਦੇ ਬਾਅਦ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਮੱਛਲੀ, ਇਹਦਾ ਮੁਰਗੀ ਦਾ ਦਿਲ। ਇਹ ਤੁਸੀਂ ਕੁੰਡੀ ਦੇ ਨਾਲ ਉਤੋਂ ਦਿਲ ਲਵੋ ਬਾਜ਼ਾਰੋਂ, ਸਾਫ ਸੁਥਰਾ ਕੰਮ ਹੈ, ਕੋਈ ਮਤਲਬ ਗੰਦਗੀ ਵਾਲੀ ਚੀਜ਼ ਨਹੀਂ ਹੈਗੀ। ਕੁੰਡੀ ਦੇ ਨਾਲ ਲਗਾ ਦਿਓ ਤੇ ਕੁੰਡੀ ਵਿੱਚ ਸੁੱਟ ਦਿਓ। ਅੱਲਾ ਤਵੱਕਲ। ਦੇਖੋ ਜੀ, ਸਭ ਤੋਂ ਪਹਿਲੇ ਅੱਲਾ ਦੀ ਮਿਹਰਬਾਨੀ ਹੁੰਦੀ ਹੈ, ਅੱਲਾ ਰਹਿਮਤ ਕਰਦਾ ਹੈ ਜਿਹਦੇ ਤੇ ਉਹ ਜਿਹਨੂੰ ਦੇਣਾ ਚਾਹੇ, ਛੋਟੀ ਵੱਡੀ ਸਾਰੀ ਦੇ ਛੱਡਦਾ। ਮੈਂ ਅੱਜ ਤੱਕ ਜਿਹੜਾ ਨਾ 22 ਕਿਲੋ ਦੀ ਮੱਛੀ ਸਭ ਤੋਂ ਵੱਡੀ ਫੜੀ ਰਾਵੀ ਤੋਂ ਫੜੀ ਹੈ। ਉਸ ਤੋਂ ਇਲਾਵਾ WhatsApp ਦੇ ਟੂਰਨਾਮੈਂਟਾਂ ਦੇ ਵਿੱਚ ਵੀ ਮੈਂ 8-8 ਕਿਲੋ ਦੀਆਂ ਵੀ 7-7 ਕਿਲੋ ਦੀਆਂ ਵੀ ਮੱਛੀਆਂ ਫੜੀਆਂ ਨੇ। ਜਿੰਨੇ ਟੂਰਨਾਮੈਂਟ ਇਹਨਾਂ ਨੇ ਕਰਾਉਂਦੇ ਨੇ ਸਾਰੇ, ਹਰ ਸਾਲ ਤਕਰੀਬਨ WhatsApp ਟੂਰਨਾਮੈਂਟ ਕਰਾਉਂਦੇ ਨੇ ਤੇ ਮਾਸ਼ਾਅੱਲਾ ਸ਼ਿਕਾਰੀ ਸਾਰੇ ਖੇਡਦੇ ਨੇ। ਈਵਨ ਕਿ ਇੱਥੇ ਤੱਕ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਂਟਰੀ ਵੀ ਘੱਟ ਰੱਖੀਏ। ਕਈਆਂ ਨੂੰ WhatsApp ਮੁਫਤ ਜਿਹੜਾ ਨਾ ਟਿਕਟਾਂ ਤਕਸੀਮ ਕਰਦੇ ਨੇ ਕਿ ਯਾਰ ਇਹ ਮਾੜੇ ਨੇ, ਇਹ ਨਹੀਂ ਖੇਡ ਸਕਦੇ, ਤੇ ਕਈਆਂ ਨੂੰ ਨਾਲ ਵੀ ਲੈ ਕੇ ਜਾਣਾ, ਫਿਰ ਕਿਰਾਇਆ ਵੀ ਖਰਚਣਾ, ਸਾਰਾ ਕੁਝ ਆਪੇ ਈਵਨ ਕਿ ਕਰਨਾ ਹੈ। ਤੇ ਮੈਂ ਕਹਿੰਦਾ ਵਾਂ ਕਿ ਇਸ ਤਰ੍ਹਾਂ ਦੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਕਿ ਜਿਹੜੇ ਦੋਸਤ ਸ਼ਿਕਾਰੀਆਂ ਦੀ ਹਮਦਰਦੀ ਵਾਸਤੇ, ਉਹਨਾਂ ਦੀ ਵੈਲਫੇਅਰ ਵਾਸਤੇ। ਅੱਛਾ, ਜਿਹੜਾ ਤੁਸੀਂ 22 ਕਿਲੋ ਦਾ ਦਾਣਾ ਫੜ ਲਿਆ ਜੀ, ਤੁਸੀਂ ਫਰਮਾਇਆ ਕਿ ਮੈਂ ਸ਼ਿਕਾਰ ਖੇਡਿਆ 22 ਕਿਲੋ ਦਾ ਦਾਣਾ ਫੜ ਲਿਆ, ਉਹ ਟੂਰਨਾਮੈਂਟ ਦੇ ਵਿੱਚ ਫਿਰ ਉਹ ਦਾਣਾ ਜਿਹੜਾ ਫੜਦਾ ਉਹ ਆਪਣੇ ਘਰ ਲੈ ਜਾਂਦਾ ਕਿ ਉੱਥੇ ਹੀ ਪਕਾ ਕੇ ਖਾਂਦੇ ਹੋ? ਨਹੀਂ, ਉਹ ਆਪਣਾ ਹੁੰਦਾ ਹੈ ਹਰ ਸ਼ਿਕਾਰੀ ਦਾ। ਜਿਹੜੀ ਮੱਛੀ ਉਹਨੇ ਫੜੀ ਹੈ ਉਹਦੀ ਆਪਣੀ ਹੁੰਦੀ ਹੈ। ਅਸੀਂ ਫਿਰ ਇਸ ਤਰ੍ਹਾਂ ਕਰ ਲੈਂਦੇ ਹਾਂ ਕਿ ਜਿਹੜੇ ਦੋਸਤ ਸਾਡੇ ਨਾਲ ਗਏ ਹੁੰਦੇ ਨੇ, ਜੇ ਵੱਡੀ ਮੱਛੀ ਫੜੀਏ ਤੇ ਮੇਰੇ ਉਸਤਾਦ ਨੇ ਆਬਦ ਸਾਹਿਬ ਸਿਆਲਕੋਟ ਤੋਂ, ਮਾਸ਼ਾਅੱਲਾ ਬੜਾ ਉਹਨਾਂ ਦਾ ਨਾਂ ਹੈ ਤੇ ਬੜੀਆਂ ਉਹਨਾਂ ਮੱਛੀਆਂ ਫੜੀਆਂ ਨੇ। ਤੇ WhatsApp ਦਾ ਪਹਿਲਾ ਟੂਰਨਾਮੈਂਟ ਜਿਹੜਾ 1 to 5 ਵਾਲਾ ਹੋਇਆ ਸੀ, ਉਹ ਵੀ ਮੇਰੇ ਆਬਦ ਸਾਹਿਬ ਉਸਤਾਦ ਨੇ, ਉਹਨਾਂ ਨੇ ਜਿੱਤਿਆ ਸੀ। ਉਹਨਾਂ ਨੇ 1 to 5 ਦੇ ਵਿੱਚ ਜਿਹੜਾ ਨਾ ਵੱਡੀ ਮੱਛੀ ਫੜੀ ਸੀ। ਸਾਰੇ ਉਸ ਵਕਤ ਤਕਰੀਬਨ 600 ਤੋਂ 700 ਸ਼ਿਕਾਰੀ ਗਿਆ ਦਾ ਸੀ ਤੇ ਮੇਰੇ ਉਸਤਾਦ ਜਿਹੜੇ ਨੇ ਉਹ ਪਹਿਲੇ ਨੰਬਰ ਤੇ ਆਏ ਸਨ। ਅੱਛਾ, ਇਹ ਹੁਣ ਤੁਸੀਂ ਇੱਕ ਤੇ ਦੱਸਿਆ ਆਟਾ, ਇੱਕ ਰੋਟੀ ਦੇ ਭੋਰੇ, ਇੱਕ ਮੁਰਗੀ ਦਾ ਦਿਲ ਵੀ ਤੁਸੀਂ ਦੱਸਿਆ ਜੀ ਜੀ। ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੈ ਜਿਹਦੇ ਤੇ ਮੱਛੀ ਆਂਦੀ ਹੈ? ਹੋਰ ਜਿਹੜੀਆਂ ਕੈਟਫਿਸ਼ ਜਿਹਨੂੰ ਕਿਹਾ ਜਾਂਦਾ ਹੈ ਨਾ, ਮਲੀ ਨੂੰ, ਸੀਂਗ ਨੂੰ ਤੇ ਖੱਗੇ ਨੂੰ ਕਿਹਾ ਜਾਂਦਾ ਹੈ। ਖੱਗਾ ਉਹ ਮੱਛੀ ਹੁੰਦੀ ਹੈ ਜਿਹਦੇ ਤੇ ਆਰਮੀ ਦੀ ਵਰਦੀ ਹਾਰ ਦਾ ਜਿਹੜਾ ਨਾ ਡਿਜ਼ਾਈਨ ਬਣਿਆ ਹੁੰਦਾ ਹੈ, ਉਹਨੂੰ ਖੱਗਾ ਕਿਹਾ ਜਾਂਦਾ ਹੈ। ਉਹ ਅਕਸਰ ਜਿਹੜਾ ਨਾ ਰਾਵੀ ਤੇ ਪਾਇਆ ਜਾਂਦਾ ਜੀ। ਤੇ ਉਹਦੇ ਵਾਸਤੇ ਵੀ ਜਿਹੜਾ ਨਾ ਸਮਝ ਲਵੋ ਕਿ ਤੁਸੀਂ ਦਿਲ ਵੀ ਲਗਾ ਲੋਗੇ, ਉਹਨੂੰ ਵੀ ਲੱਗ ਜਾਏਗੀ। ਮੁਰਗੀ ਦੀ ਕਲੇਜੀ ਵੀ ਲਗਾਓ, ਉਹਨੂੰ ਮਲੀ ਵੀ ਪੈਂਦੀ ਹੈ। ਮਲੀ ਅਸੀਂ ਪੱਤਰ ਨੂੰ ਕਹਿੰਦੇ ਆ, ਚਿੱਟੀ ਜਿਹੜੀ ਹੁੰਦੀ ਹੈ ਚਾਨੇ ਤੋਂ ਬਗੈਰ, ਉਹਨੂੰ ਮਲੀ ਕਹਿੰਦੇ ਆ। ਉਹਨੂੰ ਵੀ ਉਹ ਜਿਹੜਾ ਨਾ ਲੱਗਦਾ। ਸੀਂਗ ਵੀ ਈਵਨ ਕਿ ਲੱਗ ਜਾਂਦਾ, ਕਲੇਜੀ ਨੂੰ ਵੀ ਲੱਗ ਜਾਂਦਾ। ਇਹ ਮੱਛੀਆਂ ਜਿਹੜੀਆਂ ਨੇ ਸਾਰੀਆਂ, ਇਹ ਸਾਫ ਸੁਥਰਾ ਚਾਰਾ ਤੁਹਾਨੂੰ ਦੱਸ ਰਿਹਾ ਵਾਂ। ਮੁਰਗੀਆਂ ਦੀਆਂ ਆਂਦਰਾਂ ਵੀ ਲਗਾਈਆਂ ਜਾ ਰਹੀਆਂ ਨੇ ਹੁਣ, ਉਹਨੂੰ ਵੀ ਮੱਛੀ ਲੱਗਦੀ ਹੈ।
ਇਹ ਇੱਕ ਉਹ ਚਾਰੇ ਨੇ ਕਿ ਜਿਹੜੇ ਤੁਹਾਨੂੰ ਤਰੱਦਦ ਨਹੀਂ ਕਰਨਾ ਪੈਣਾ, ਗੰਡੋਏ ਨਹੀਂ ਪੁੱਟਣੇ ਪੈਣੇ, ਉਹਦੇ ਉਸ ਤੋਂ ਇਲਾਵਾ ਨਹੀਂ। ਚਾਨੇ ਵਾਲੀ ਮੱਛੀ ਵਾਸਤੇ ਅਕਸਰ ਲੋਕ ਜਿਹੜੇ ਤਾਂ ਜ਼ਿਆਦਾ ਚਾਰਾ ਖੇਡਦੇ ਨੇ, ਉਹ ਦੋਸਤ ਮੇਰੇ ਜਾਣਦੇ ਨੇ, ਉਸਤਾਦ ਹੋਰੀ ਵੀ ਮੇਰੇ ਨੇ, ਉਹ ਵੀ ਚਾਰਾ ਖੇਡ ਲੈਂਦੇ ਨੇ। ਉਹਨਾਂ ਦਾ ਇੰਟਰਵਿਊ ਆਏਗਾ ਤੇ ਉਹ ਵੀ ਤੁਹਾਨੂੰ ਸਾਰੀ ਤਫਸੀਲ ਦੱਸਣਗੇ। ਮੈਂ ਇੱਕ ਗੁਜ਼ਾਰਿਸ਼ ਸਿਰਫ ਇਹ ਕਰਨਾ ਚਾਹਾਂਗਾ ਆਪਣੇ ਸਾਰੇ ਸ਼ਿਕਾਰੀਆਂ ਅੱਗੇ, ਜਿਹੜੇ ਖੇਡਦੇ ਨੇ ਜਾਂ ਜਿਨ੍ਹਾਂ ਨੇ ਅਜੇ ਸ਼ੁਰੂ ਕਰਨਾ ਹੈ, ਯਾਰ ਬੁਗਜ਼ ਨਾ ਰੱਖੋ ਦਿਲ ਦੇ ਵਿੱਚ, ਇੱਕ ਦੂਜੇ ਨਾਲ ਪਿਆਰ ਕਰੋ, ਮੁਹੱਬਤ ਵੰਡੋ, ਖੁਸ਼ੀਆਂ ਵੰਡੋ, ਮੁਸਕਰਾਹਟ ਦੇ ਨਾਲ ਮਿਲੋ। ਜਿੱਥੇ ਵੀ ਕਿਧਰੇ ਜਾਂਦੇ ਹੋ, ਦੂਸਰੇ ਸ਼ਹਿਰ 'ਚ ਵੀ ਜਾਂਦੇ ਹੋ ਤੇ ਤੁਸੀਂ ਆਪਣੇ ਸ਼ਹਿਰ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਹੋ। ਜਦੋਂ ਤੁਸੀਂ ਦੂਸਰੇ ਮੁਲਕ 'ਚ ਜਾਂਦੇ ਹੋ ਤੇ ਆਪਣੇ ਪਾਕਿਸਤਾਨ ਦਾ ਨਾਂ ਰੋਸ਼ਨ ਕਰਨ ਵਾਸਤੇ ਨੁਮਾਇੰਦਗੀ ਕਰ ਰਹੇ ਹੁੰਦੇ ਹੋ। ਉੱਥੇ ਅਗਰ ਤੁਸੀਂ ਕੋਈ ਨੈਗੇਟਿਵ ਸਾਈਨ ਦੇ ਵਿੱਚ ਕਰੋਗੇ ਕੋਈ ਵੀ ਕੰਮ, ਉਹ ਤੁਹਾਡੇ ਮੁਲਕ ਨੂੰ ਵੀ ਨੁਕਸਾਨ ਪਹੁੰਚੇਗਾ, ਤੁਹਾਡੇ ਸ਼ਹਿਰ ਨੂੰ ਵੀ ਨੁਕਸਾਨ ਪਹੁੰਚੇਗਾ। ਤੁਹਾਡੇ ਉਸਤਾਦਾਂ ਦਾ ਵੀ ਨਾਂ ਲਿਆ ਜਾਏਗਾ ਕਿ ਯਾਰ ਇਹ ਕਿਹੜੇ ਉਸਤਾਦ ਦਾ ਸ਼ਾਗਿਰਦ ਹੈ ਜਿਹੜਾ ਇਸ ਤਰ੍ਹਾਂ ਦੀ ਬਦਤਮੀਜ਼ੀ ਜਾਂ ਬੁਰੀ ਜ਼ੁਬਾਨ ਦੇ ਨਾਲ ਬੋਲ ਰਿਹਾ ਹੈ। ਅੱਛੀਆਂ ਯਾਦਾਂ ਛੱਡ ਕੇ ਆਓ, ਕਿਧਰੇ ਵੀ ਜਾਓ। ਅਗਰ ਕਿਸੇ ਨੂੰ ਤੁਹਾਡੇ ਕੋਲ ਕਿਸੇ ਚੀਜ਼ ਦੀ ਜ਼ਰੂਰਤ ਪੈ ਜਾਂਦੀ ਹੈ ਤੇ ਜਿਹੜੀ ਤੁਸੀਂ ਦੇ ਸਕਦੇ ਹੋ ਕਮ ਅਜ਼ ਕਮ ਉਹ ਦਿਓ ਜ਼ਰੂਰ। ਸ਼ਿਕਾਰੀਆਂ ਨੂੰ ਆਪਣੇ ਵੱਲੋਂ ਜਿਹੜੀ ਵੀ ਇਨਫੋਰਮੇਸ਼ਨ ਦੇ ਸਕਦੇ ਹੋ ਦੱਸੋ, ਤਾਂ ਕਿ ਉਹਨਾਂ ਦਾ ਸ਼ੌਕ ਵੀ ਵਧੇ ਤੇ ਉਹਨਾਂ ਨੂੰ ਪ੍ਰੈਕਟਿਸ ਵੀ ਹੋਏ ਅਮਲੀ ਤੌਰ ਦੇ ਉੱਤੇ। ਇਹ ਨਹੀਂ ਕਿ ਤੁਸੀਂ ਆਪਣੇ ਸ਼ਾਗਿਰਦ ਨੂੰ ਹੀ ਸਿਰਫ ਦੱਸਣਾ ਹੈ, ਉਸ ਤੋਂ ਇਲਾਵਾ ਵੀ ਤੁਸੀਂ ਦੱਸੋ। ਜਿਹੜਾ ਕੋਈ ਸ਼ਿਕਾਰ ਦੇ ਉੱਤੇ ਤੁਹਾਨੂੰ ਦੇਖਦੇ ਹੋ ਤੁਸੀਂ ਸ਼ਿਕਾਰੀ ਖੇਡਦਾ ਪਿਆ ਕਿ ਉਸ ਮਿਆਰ ਦੇ ਮੁਤਾਬਕ ਨਹੀਂ ਖੇਡਦਾ, ਉਹਨੂੰ ਦੱਸ ਦਿਓ ਕਿ ਯਾਰ ਇਸ ਤਰ੍ਹਾਂ ਖੇਡ, ਇਹ ਚੀਜ਼ਾਂ ਤੇਰੇ ਵਾਸਤੇ ਬਿਹਤਰ ਨੇ, ਇਹਦੇ ਨਾਲ ਸ਼ਿਕਾਰ ਹੋਏਗਾ। ਅੱਗੋਂ ਅੱਲਾ ਦੀ ਮਰਜ਼ੀ ਹੈ, ਅੱਲਾਹ ਤਾਲਾ ਜਿਹਨੂੰ ਦਵੇ ਉਹ ਦੇਣ ਵਾਲਾ ਜ਼ਾਤ ਹੈ, ਬੜੀ ਵੱਡੀ ਜ਼ਾਤ ਹੈ। ਲੋ ਜੀ ਪਿਆਰਿਓ, ਇਹ ਸਨ ਸਿਆਲਕੋਟ ਐਂਗਲਰਜ਼ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਾਹਿਦ ਸੁਲਹਿਰੀਆ ਹੋਰੀ। ਉਹਨਾਂ ਬੜੀਆਂ ਖੂਬਸੂਰਤ ਗੱਲਾਂ ਸਾਨੂੰ ਦੱਸੀਆਂ, ਬਿਲਖਸੂਸ ਮਛਲੀ ਦੇ ਸ਼ਿਕਾਰ ਦੇ ਜਿਹੜੇ ਸ਼ੌਕੀਨ ਨੇ ਉਹਨਾਂ ਦੇ ਵਾਸਤੇ ਸ਼ਿਕਾਰ ਦੇ ਬਹੁਤ ਸਾਰੇ ਰਮੂਜ਼ ਉਹਨਾਂ ਸਾਨੂੰ ਦੱਸੇ। ਸਾਡੇ ਮੁਲਕ ਦੇ ਬੜੇ ਮੁਮਤਾਜ਼ ਇੱਕ ਹੋਰ ਉਸਤਾਦ ਮਛਲੀ ਦੇ ਸ਼ਿਕਾਰੀ ਨੇ, ਸਿਆਲਕੋਟ ਦੇ ਵੱਡੇ ਸਨਅਤਕਾਰ ਨੇ, ਨਾਮੇ ਨਾਮੀ ਇਸਮੇ ਗਿਰਾਮੀ ਹੈ ਜ਼ਫਰ ਜਾਫਰੀ ਸਾਹਿਬ, ਸਾਡੇ ਨਾਲ ਮੌਜੂਦ ਨੇ। ਆਓ ਸ਼ਾਹ ਜੀ ਦੇ ਨਾਲ ਵੀ ਤੁਹਾਨੂੰ ਮਿਲਵਾਈਏ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਵਾਈਏ, ਕਿਉਂਕਿ ਸਾਨੂੰ ਪੂਰੇ ਪਾਕਿਸਤਾਨ ਵਿੱਚੋਂ ਬਹੁਤ ਸਾਰੇ ਮਛਲੀ ਦੇ ਸ਼ਿਕਾਰ ਦੇ ਸ਼ੌਕੀਨ ਹਜ਼ਰਾਤ ਨੇ ਟੈਲੀਫੋਨਸ ਕਰਕੇ ਬੜੀ ਬੜੀ ਵਧਾਈ ਦਿੱਤੀ ਹੈ। ਔਰ ਸਾਡੇ ਕੱਲ੍ਹ ਵਾਲੇ ਪ੍ਰੋਗਰਾਮ ਦੇ ਉੱਤੇ ਉਹਨਾਂ ਨੇ ਬੜਾ ਮੁਬਾਰਕ ਦਿੰਦਿਆਂ ਹੋਇਆਂ ਆਖਿਆ ਜੀ ਕਿ ਇੰਜ ਦੇ ਪ੍ਰੋਗਰਾਮ ਹੋਰ ਸਾਨੂੰ ਕਰਕੇ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ। ਸ਼ੌਕੀਨ ਲੋਕ ਨੇ ਨਾ ਜੀ ਮਛਲੀ ਦਾ ਸ਼ਿਕਾਰ ਖੇਡਣ ਦੇ, ਤੇ ਉਹ ਚਾਹੁੰਦੇ ਨੇ ਕਿ ਅਸਾਤਜ਼ਾ ਦੀਆਂ ਗੱਲਾਂ ਸੁਣ ਕੇ ਸਾਨੂੰ ਬੜੇ ਦਾਅ ਪੇਚ ਪਤਾ ਲੱਗੇ ਨੇ। ਤੇ ਆਓ ਫਿਰ ਅੱਜ ਸ਼ਾਹ ਹੋਰਾਂ ਨੂੰ ਮਿਲੀਏ ਤੇ ਸ਼ਾਹ ਜੀ ਕੋਲੋਂ ਵੀ ਪੁੱਛੀਏ ਕਿ ਉਹਨਾਂ ਨੂੰ ਕਦੋਂ ਦਾ ਇਹ ਸ਼ੌਕ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਮਛਲੀ ਦੇ ਸ਼ਿਕਾਰ ਦੇ ਹਵਾਲੇ ਨਾਲ ਜਿਹੜੇ ਤਜਰਬੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰੀਏ। ਅਸਲਾਮ ਵਾਲੇਕੁਮ ਸ਼ਾਹ ਜੀ। ਵਾਲੇਕੁਮ ਅਸਲਾਮ ਜੀ। ਸ਼ਾਹ ਜੀ ਤੁਸੀਂ ਮਾਸ਼ਾਅੱਲਾ ਕਦੋਂ ਕੁਦੇ ਖੇਡਣ ਦੇ ਹੋ ਜੀ ਮੱਛੀ ਦਾ ਸ਼ਿਕਾਰ? ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਮੈਂ ਤਕਰੀਬਨ ਜੰਮਦਿਆਂ ਹੀ ਇਸ ਸ਼ਿਕਾਰ 'ਚ ਪੈਦਾ ਹੀ ਇਹਦੇ 'ਚ ਹੋਇਆ। ਵਾਹ ਵਾਹ। ਸਾਡਾ ਕਾਰੋਬਾਰ ਵੀ ਇਹੋ ਹੀ ਹੈ। ਅੱਛਾ ਅੱਛਾ। ਤੇ ਉਹਦੇ ਨਾਲ ਨਾਲ ਵਾਲਿਦ ਸਾਹਿਬ ਵੀ ਸ਼ਿਕਾਰ ਖੇਡਦੇ ਸਨ, ਉਹਦੇ ਨਾਲ ਮੇਰੇ ਚਾਚਾ ਜੀ ਵੀ ਬੜਾ ਸ਼ਿਕਾਰ ਖੇਡਦੇ ਹੁੰਦੇ ਸਨ ਆਪਣੇ ਵਕਤ ਵਿੱਚ। ਜੀ ਜੀ। ਉਸ ਤੋਂ ਬਾਅਦ ਮੈਂ ਵੀ ਬਹੁਤ ਸ਼ਿਕਾਰ ਖੇਡਿਆ ਵਾਹ। ਤੇ ਅਲਹਮਦੁਲਿਲਾ ਬੜੀ ਬੜੀ ਵੱਡੀ ਮੱਛੀ ਵੀ ਫੜੀ ਹੈ। ਵਾਹ। ਮੇਰਾ ਸਭ ਤੋਂ ਵੱਡਾ ਰਿਕਾਰਡ ਜਿਹੜਾ ਨਾ 29 ਕਿਲੋ ਦਾ ਮਾਂ ਸ਼ੇਰ ਮੈਂ ਫੜਿਆ ਦਾ, ਅੱਛਾ ਅੱਛਾ। ਜਿਹੜਾ ਬਹੁਤ ਵੱਡਾ ਰਿਕਾਰਡ ਹੈ ਹਾਲੇ ਤੱਕ। ਕਿੱਥੋਂ ਫੜਿਆ ਸੀ? ਇਹ ਮਰਾਲੇ ਤੋਂ ਫੜਿਆ ਸੀ, ਅੱਛਾ ਅੱਛਾ। ਇਹ ਦਰਿਆ ਚਨਾਬ ਵਿੱਚੋਂ। ਵਾਹ ਵਾਹ। ਅੱਛਾ, ਤੇ ਤੁਸੀਂ ਫਰਮਾਇਆ ਕਿ ਤੁਹਾਡਾ ਕਾਰੋਬਾਰ ਵੀ ਇਹ ਹੀ ਹੈ, ਸਾਨੂੰ ਤਾਂ ਪਤਾ ਜੀ। ਤੇ ਸਾਡੇ ਜ਼ਰਾ ਵਿਊਅਰਸ ਨੂੰ ਵੀ ਦੱਸੋ ਨਾ ਵੀ ਤੁਸੀਂ ਕਿਹੜੇ ਹਾਲਾਤ ਬਣਾਉਂਦੇ ਹੋ ਮਛਲੀ ਦੇ ਸ਼ਿਕਾਰ ਦੇ? ਹਾਂਜੀ, ਮਛਲੀ ਦੇ ਹਾਲਾਤ ਵਿੱਚ ਸਭ ਕੁਝ ਬਣਦਾ ਸਾਡੇ ਕੋਲ ਜੀ। ਹਰ ਚੀਜ਼ ਬਣਾਉਂਦੇ ਆ, ਕੁੰਡੀ, ਡੋਰ, ਰੀਲ, ਰਾਡ, ਉਹਦੇ ਇਲਾਵਾ ਬਾਕੀ ਸਪੂਨ ਵਗੈਰਾ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੁੰਦੀ ਹੈ। ਅੱਛਾ। ਕੰਪਨੀ ਮੇਰੀ ਦਾ ਨਾਮ ਹੈ ਜਾਫਰੀ ਫਿਸ਼ਿੰਗ ਸਟੋਰ ਜੀ। ਅਸਲ ਜਿਹੜੀ ਪੇਰੈਂਟ ਕੰਪਨੀ ਹੈ ਸਾਡੀ ਇਹਦੇ ਪਿੱਛੇ ਹੋਵੇ MH ਜਾਫਰੀ ਐਂਡ ਕੰਪਨੀ, ਜਿਹਦੇ ਤੇ ਅਸੀਂ ਸਿਰਫ ਐਕਸਪੋਰਟ ਕਰਨੇ ਆ। ਐਕਸਪੋਰਟ ਅਸੀਂ ਇਹ ਆਈਟਮਾਂ ਨਹੀਂ ਸਾਡੀਆਂ, ਉਹਦੇ ਸਾਡੀਆਂ ਹੋਰ ਲੈਦਰ ਪ੍ਰੋਡਕਟਸ ਨੇ ਜਿਹੜੀਆਂ ਮੇਰੇ ਦੋਵੇਂ ਬੇਟੇ ਕਰਦੇ ਨੇ। ਅੱਛਾ। ਲੇਕਿਨ ਇੱਕ ਮੈਂ ਦੱਸਾਂ, ਮੇਰੇ ਬੇਟਿਆਂ ਨੂੰ ਬਿਲਕੁਲ ਸ਼ੌਕ ਨਹੀਂ ਜੇ ਫਿਸ਼ਿੰਗ ਦਾ। ਅੱਛਾ। ਆ ਪੋਤਰੇ ਮੇਰੇ ਨੂੰ ਇੱਕ ਨੂੰ ਹੈ ਵੇ, ਉਹ ਇਨਸ਼ਾਅੱਲਾ ਉਹਨੂੰ ਸ਼ਿਕਾਰੀ ਬਣਾਵਾਂਗੇ ਇਨਸ਼ਾਅੱਲਾ। ਠੀਕ ਠੀਕ ਠੀਕ। ਅੱਛਾ ਸ਼ਾਹ ਜੀ, ਇਹ ਦੱਸੋ ਕਿ ਇੱਕ ਬੱਚਾ ਹੈ, ਉਹਨੂੰ ਸ਼ੌਕ ਹੈ, ਉਹ ਮਛਲੀ ਦਾ ਸ਼ਿਕਾਰ ਖੇਡਣਾ ਚਾਹੁੰਦਾ ਹੈ। ਪਹਿਲੇ ਤੇ ਇਹ ਦੱਸੋ ਕਿ ਜਿਹੜਾ ਮਛਲੀ ਦਾ ਸ਼ਿਕਾਰੀ ਬਣਨਾ ਚਾਹੁੰਦਾ ਨਾ, ਉਹਦੇ ਵਿੱਚ ਕੀ ਕੀ ਕੁਆਲਿਟੀਜ਼, ਕੀ ਖੂਬੀਆਂ ਹੋਣੀਆਂ ਚਾਹੀਦੀਆਂ? ਕਿਉਂਕਿ ਵੇਖੋ ਨਾ, ਸਭ ਤੋਂ ਪਹਿਲੇ ਮੇਰੀ ਅਕਲ ਮੁਤਾਬਕ ਇੱਕ ਤੇ ਉਹਦੇ 'ਚ ਸਬਰ ਬੜਾ ਹੋਣਾ ਚਾਹੀਦਾ, ਕਿਉਂਕਿ ਜਾਂਦਿਆਂ ਸਾਰ ਤੇ ਮੱਛੀ ਲੱਗ ਨਹੀਂ ਜਾਂਦੀ। ਬਿਲਕੁਲ। ਉਹ ਵਿੱਚ ਸੁੱਟ ਕੇ ਕੁੰਡੀ ਬਹਿ ਰਹੀ ਤੇ ਦਿਲ 'ਚ ਸ਼ਾਮ ਤੱਕ ਬਹਿ ਰਹੇ ਤੇ ਖਾਲੀ ਵੀ ਆਉਣਾ ਪੈ ਜਾਂਦਾ ਹੋਣਾ।
ਤੇ ਹੋਰ ਕੀ ਕੀ ਮਤਲਬ ਉਹਦੇ ਚ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਨੇ? ਕੁਆਲਿਟੀਜ਼ ਦਾ ਤਾਂ ਇਹ ਹੈ ਕਿ ਉਹਦੇ 'ਚ ਚੀਜ਼ਾਂ ਜਿਹੜੀਆਂ ਨੇ ਖੁਦਾ ਦਾਦ ਹੋਣੀਆਂ ਚਾਹੀਦੀਆਂ ਨੇ। ਵਾਹ ਵਾਹ। ਜਿਹੜੀਆਂ ਹੁੰਦੀਆਂ ਵੀ ਨੇ, ਕਈ ਆਉਂਦੇ ਨੇ ਸਾਡੇ ਕੋਲ ਬੱਚੇ ਉੱਥੇ ਸਾਡੇ ਸਟੋਰ ਦੇ ਬਾਹਰ ਸ਼ੋਰੂਮ ਤੇ ਜੀ। ਤੇ ਆ ਕੇ ਵੇਖਦੇ ਰਹਿੰਦੇ ਨੇ ਅਸੀਂ ਕੀ ਕਰੀਏ, ਕਿਹੜੀ ਸ਼ੈ ਲਈਏ, ਕਿਹੜੀ ਨਾ ਲਈਏ। ਉਹ ਕਈ ਦਫਾ ਮੈਂ ਕਿਹਾ ਤਾਂ ਆਪਣੇ ਵਰਕਰਸ ਨੂੰ ਕਿ ਤੁਸੀਂ ਇਹਨਾਂ ਨੂੰ ਕੋਈ ਵੀ ਚੀਜ਼ ਮੰਗਣ ਨਾ ਇਹਨਾਂ ਦੀ ਰੇਂਜ 'ਚ ਹੋਏ ਤੇ ਠੀਕ ਹੈ ਦੇ ਦਿੱਤੀ, ਨਹੀਂ ਤੇ ਕੋਲੋਂ ਵੀ ਦੇ ਦਿੱਤੀ ਇਹਨਾਂ ਨੂੰ। ਕਿਉਂ ਇਹ ਸ਼ਿਕਾਰੀ ਬਣ ਰਹੇ ਨੇ, ਇਹ ਸ਼ਿਕਾਰੀ ਬਣਨਗੇ ਤੇ ਅੱਗੋਂ ਜਾ ਕੇ ਸ਼ਿਕਾਰ ਖੇਡਣਗੇ ਨਾ, ਵੱਡਾ ਸ਼ਿਕਾਰ। ਹਾਂਜੀ ਹਾਂਜੀ ਜੀ। ਤੇ ਉਹ ਅਲਹਮਦੁਲਿਲਾ ਕਾਫੀ ਹੁੰਦੇ ਨੇ ਸਾਡੇ ਕੋਲ ਬੱਚੇ ਜਿਨ੍ਹਾਂ ਨੂੰ ਅਸੀਂ ਜੱਜ ਕਰ ਲੈਂਦੇ ਕਿ ਹਾਂ ਹੀ ਹੈ, ਇਹਨਾਂ 'ਚ ਟੈਲੈਂਟ ਹੈ ਵੀ, ਇਹ ਸ਼ਿਕਾਰ ਖੇਡਣਗੇ ਤੇ ਸ਼ਿਕਾਰੀ ਬਣਨਗੇ, ਤੇ ਅਸੀਂ ਫਿਰ ਉਹਨਾਂ ਨੂੰ ਸਪੋਰਟ ਕਰਨੇ ਆ। ਠੀਕ। ਤੇ ਅੱਛਾ ਸ਼ਾਹ ਜੀ ਇਹ ਦੱਸੋ ਕਿ ਕੱਲ ਵੀ ਅਸੀਂ ਆਪਣੇ ਦੋਸਤਾਂ ਨਾਲ ਇਹ ਸਵਾਲ ਕੀਤਾ ਸੀ, ਅੱਜ ਫਿਰ ਤੁਹਾਡੇ ਕੋਲੋਂ ਮਾਸ਼ਾਅੱਲਾ ਤੁਸੀਂ ਬੜੇ ਤਜਰਬਾਕਾਰ ਹੋ। ਹੁਣ ਦਰਿਆ ਪਿਆ ਵਗਦਾ ਜੀ, ਦਰਿਆ ਇੰਡੀਆ 'ਚੋਂ ਚਨਾਬ ਦਾਖਲ ਹੋ ਜਾਂਦਾ, ਜ਼ਿਲ੍ਹਾ ਸਿਆਲਕੋਟ ਚਨਾਬ ਦੇ ਤਵੀ ਇਕੱਠੇ ਦਾਖਲ ਹੁੰਦੇ ਨੇ, ਅੱਗੋਂ ਮਾਸ਼ਾਅੱਲਾ ਸੈਂਕੜਾ ਮੀਲ ਚੱਲਦਾ। ਹੁਣ ਦਰਿਆ ਵਗਦੇ 'ਚ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇੱਥੇ ਸ਼ਿਕਾਰ ਖੇਡੀਏ, ਇੱਥੇ ਮੱਛੀ ਹੋਣੀ ਹੈ, ਇੱਥੇ ਜ਼ਿਆਦਾ ਹੋਣੀ ਹੈ, ਇੱਥੇ ਘੱਟ ਹੋਣੀ ਹੈ, ਕਿ ਜਿੱਥੇ ਮਰਜ਼ੀ ਤੁਸੀਂ ਬਹਿ ਜਾਂਦੇ ਹੋ ਕੁੰਡੀ ਸੁੱਟ ਕੇ? ਨਹੀਂ ਨਹੀਂ ਨਹੀਂ, ਹਾਂਜੀ। ਐਸੀ ਗੱਲ ਨਹੀਂ। ਸ਼ਿਕਾਰ ਦੇ ਵਾਸਤੇ ਸ਼ਿਕਾਰੀ ਨੂੰ ਪਾਣੀ ਪਹਿਚਾਨ ਕਰਨ ਦਾ ਪਤਾ ਹੋਣਾ ਚਾਹੀਦਾ। ਅਗਰ ਉਹਨੂੰ ਪਤਾ ਹੈ ਤੇ ਫਿਰ ਉਹ ਬਹੁਤ ਅੱਛੀ ਤਰ੍ਹਾਂ ਜੱਜ ਕਰਕੇ ਤੇ ਉਸ ਜਗ੍ਹਾ ਤੇ ਬੈਠੇਗਾ। ਖਾਸ ਤੌਰ ਤੇ ਦਰਿਆਵਾਂ ਵਿੱਚ ਇਹ ਹੁੰਦਾ ਹੈ ਕਿ ਜਿੱਥੇ ਪਾਣੀ ਸਲੋ ਚੱਲ ਰਿਹਾ ਨਾ, ਉਹਦੇ ਨਾਲ ਜਗ੍ਹਾ ਹੁੰਦੀਆਂ ਨੇ, ਮੱਛੀ ਵੀ ਉੱਥੇ ਹੀ ਰੁਕਦੀ ਆ ਕੇ ਸਲੋ ਪਾਣੀ ਤੇ। ਅੱਛਾ। ਜਿੱਥੇ ਉਹਨੂੰ ਕੋਈ ਰੁਕਾਵਟ ਮਿਲਦੀ ਹੈ ਤੇ ਉੱਥੇ ਉਹਦਾ ਸ਼ਿਕਾਰ ਹੋ ਸਕਦਾ ਹੈ। ਜਾਂ ਜਿੱਥੇ ਦੋ ਪਾਣੀ ਮਿਲਦੇ ਨੇ ਉੱਥੇ ਸ਼ਿਕਾਰ ਹੁੰਦਾ ਹੈ, ਜਾਂ ਜਿੱਥੇ ਕੋਈ ਨਾਲਾ ਡਿੱਗਦਾ ਹੈ ਦਰਿਆ ਦੇ ਵਿੱਚ ਉੱਥੇ ਸ਼ਿਕਾਰ ਹੁੰਦਾ ਹੈ। ਨਾਲਾ ਜਿੱਥੇ ਡਿੱਗਦਾ ਦਰਿਆ ਦੇ ਵਿੱਚ ਉੱਥੇ ਕਿਉਂ ਸ਼ਿਕਾਰ ਹੁੰਦਾ? ਯਾਨੀ ਉਹ ਨਾਲੇ ਦੇ ਵਿੱਚੋਂ ਕੋਈ ਖੁਰਾਕ ਦੇ ਜਜ਼ਾ ਹੁੰਦੇ ਹੋਣਗੇ। ਹਾਂ ਬਿਲਕੁਲ ਇਸੇ ਤਰ੍ਹਾਂ ਹੀ ਵੱਡੀ ਮੱਛੀ ਜਿਹੜੀ ਹੈ ਨਾ, ਉਹ ਠੰਡੇ ਪਾਣੀ ਦੀ ਮੱਛੀ ਹੁੰਦੀ ਹੈ। ਮਾਂ ਸ਼ੇਰ ਵਗੈਰਾ ਜਿਹੜੇ ਨੇ ਉਹ ਠੰਡੇ ਪਾਣੀ 'ਚ ਰਹਿੰਦੇ ਨੇ। ਉਹ ਜਿਹੜਾ ਨਾਲੇ ਦਾ ਪਾਣੀ ਪੈਂਦਾ ਨਾ ਉਹ ਗਰਮ ਹੁੰਦਾ ਹੈ, ਤੇ ਉਹਦੇ ਵਿੱਚ ਉਹਨਾਂ ਨੂੰ ਖੁਰਾਕ ਵੀ ਮਿਲਦੀ ਹੈ ਤੇ ਛੋਟੀ ਮੱਛੀ ਵੀ ਵਿੱਚ ਉੱਥੇ ਡਿੱਗਦੀ ਹੈ ਵਿੱਚ ਉਹਨਾਂ ਦੇ, ਤੇ ਉਹ ਫੜ ਕੇ ਖਾਂਦੇ ਨੇ ਉਹਨੂੰ। ਇਹਦਾ ਮਤਲਬ ਹੈ ਕਿ ਫਿਰ ਮਾਂ ਸ਼ੇਰ ਦਾ ਸ਼ਿਕਾਰ ਕਰਨਾ ਹੋਵੇ ਤੇ ਉਹ ਨਾਲਾ ਜਿੱਥੇ ਡਿੱਗ ਰਿਹਾ ਉਹਦੇ ਆਲੇ ਦੁਆਲੇ। ਬਿਲਕੁਲ ਠੀਕ। ਅੱਛਾ ਸ਼ਾਹ ਜੀ ਇਹ ਦੱਸੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਿਕਾਰ ਖੇਡਦੇ ਆ, ਤੁਸੀਂ ਆਖਿਆ ਮੈਨੂੰ ਸਾਰੀ ਉਮਰ ਹੀ ਲੰਘ ਗਈ, ਤੇ ਕੋਈ ਐਸਾ ਵਾਕਿਆ ਸੁਣਾਓ ਕਿ ਕੋਈ ਬੜਾ ਅਨਹੋਣਾ ਜਿਹਾ ਜਾਂ ਬੜਾ ਅਜੀਬ ਜਿਹਾ, ਜਾਂ ਤੁਸੀਂ 2 ਦਿਨ ਦੇ ਮਸਲਨ ਮੱਛੀ ਨਹੀਂ ਲੱਭੀ ਤੇ ਫਿਰ ਇੱਕਦਮ ਤੁਹਾਨੂੰ ਅੱਲਾਹ ਪਾਕ ਨੇ ਐਡਾ ਵੱਡਾ ਦਾਣਾ ਦੇ ਛੱਡਿਆ। ਕੋਈ ਮਤਲਬ ਐਸਾ ਵਾਕਿਆ ਸੁਣਾਓ ਜਿਹੜਾ ਮੁਨਫਰਿਦ ਤੁਹਾਡੀ ਜ਼ਿੰਦਗੀ ਦਾ ਕੋਈ ਵਾਕਿਆ ਸ਼ਿਕਾਰ ਦੇ ਦੌਰਾਨ ਪੇਸ਼ ਆਇਆ। ਬਿਲਕੁਲ ਬਹੁਤ ਵਾਕਿਆਤ ਨੇ, ਲੇਕਿਨ ਜਿੰਨਾ ਚ ਇੱਕ ਵਾਕਿਆ ਬੜਾ ਮੈਨੂੰ ਹਾਲੇ ਤੱਕ ਵੀ ਅਪੀਲ ਕਰਦਾ ਹੈ। ਮੇਰੇ ਵਾਲਾ ਸਾਹਿਬ ਦੇ ਦੋਸਤ ਸਨ ਰਊਫ ਸਾਹਿਬ, ਅਬਦਰ ਰਊਫ ਸਾਹਿਬ, ਡੀਸੀ ਆਫਿਸ ਵਿੱਚ ਹੁੰਦੇ ਸਨ ਜੀ ਜੀ। ਅੱਲਾ ਬਖਸ਼ੇ ਫੌਤ ਹੋ ਗਏ ਦੇ ਨੇ। ਉਹ ਮੇਰੇ ਨਾਲ ਅਮੂਮਨ ਜਾਂਦੇ ਸਨ ਸ਼ਿਕਾਰ ਖੇਡਣ। ਜੀ ਜੀ। ਉਹ ਗਏ ਆ ਅਸੀਂ ਸ਼ਿਕਾਰ ਖੇਡਣ ਮਰਾਲੇ, ਜੀ। ਤੇ ਉੱਥੇ ਇਹ ਉਤਰ ਗਏ ਨੇ ਥੱਲੇ ਤੇ ਅਸੀਂ ਉੱਪਰ ਹੀ ਬੈਠੇ ਰਹੇ ਆ ਠੋਕਰ ਦੇ ਕਿ ਅਸੀਂ ਕੁਝ ਖਾ ਪੀ ਲਈਏ ਫਿਰ ਅਸੀਂ ਜਾਂਦੇ ਆ। ਤੇ ਇਹ ਥੱਲੇ ਜਾ ਕੇ ਤੇ ਸ਼ਿਕਾਰ ਖੇਡਣਾ ਸ਼ੁਰੂ ਹੋ ਗਏ ਨੇ। ਤੇ ਉੱਥੇ ਅੱਧੇ ਘੰਟੇ ਬਾਅਦ ਉਹਨਾਂ ਦੀ ਆਵਾਜ਼ ਆਈ, ਉਹ ਆਉਂ ਜਿਸ ਤਰ੍ਹਾਂ ਆਵਾਜ਼ਾਂ ਦੇਣ ਲੱਗ ਪਏ ਜਹਾਨਾਂ ਦੇ ਉੱਤੇ ਕੋਈ ਬੰਨ ਟਹਿ ਪਿਆ। ਹਾਂ। ਤੇ ਬੜੇ ਅਸੀਂ ਦੌੜੇ ਪਰੇਸ਼ਾਨੀ ਨਾਲ, ਜਾ ਕੇ ਦੇਖਿਆ ਤੇ ਉਹਨਾਂ ਨੂੰ ਇੱਕ ਰਊ ਲਗਾ ਦਾ ਤਕਰੀਬਨ ਕੋਈ 19 ਕਿਲੋ ਦਾ। ਅੱਛਾ। ਇਹ ਛੋਟੀ ਸਾਰੀ ਕੁੰਡੀ ਨਾਲ। ਤੇ ਕਹਿੰਦੇ ਨੇ ਮੈਨੂੰ ਮੱਛੀ ਲੱਗ ਗਈ ਦੀ। ਉਹ ਪਹਿਲੇ ਬੈਠੇ ਨੇ ਛੋਟੀ ਮੱਛਲੀ ਫੜਨ ਲਈ ਕਿ ਛੋਟੀ ਮੱਛੀ ਫੜ ਕੇ ਤੇ ਫਿਰ ਮੈਂ ਲਾ ਕੇ ਤੇ ਸੁੱਟਣਾ, ਤੇ ਉਸੇ ਛੋਟੀ ਮੱਛੀ ਨੂੰ ਉਹ ਕਿਨਾਰੇ ਆਇਆ ਦਾ ਸੀ, ਉਹ ਰਊ ਲੱਗ ਗਿਆ ਉਹਨਾਂ ਨੂੰ। ਉਹ ਬੜੇ ਪਰੇਸ਼ਾਨ, ਇਹਨੂੰ ਕੱਢਣਾ ਕਿਸੇ ਦਾ ਨਹੀਂ ਨਿਕਲਦਾ ਪਿਆ ਮੇਰੇ ਕੋਲੋਂ। ਮੈਂ ਕਿਹਾ ਅੱਛਾ ਦੇਖੋ ਅਸੀਂ ਵੇਖਨੇ ਆ। ਅਸੀਂ ਕਿਨਾਰੇ ਦੇ ਕੋਲ ਜਾ ਕੇ, ਮੈਂ ਤਾਂ ਪਹਿਲੇ ਸਮਝਿਆ ਕਿ ਤੁਸੀਂ ਢਾਹ ਦੇ ਥੱਲੇ ਆ ਗਏ ਹੋ। ਨਹੀਂ ਨਹੀਂ ਮੈਂ ਬਿਲਕੁਲ ਠੀਕ ਆ। ਉਹ ਅਸੀਂ ਉਤਰ ਕੇ ਜਾ ਕੇ ਉਹਨਾਂ ਨਾਲ ਬਹਿ ਕੇ ਆਹਿਸਤਾ 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 ਉਹਨੂੰ ਨੇੜੇ ਲਿਆਉਣਾ ਸ਼ੁਰੂ ਕੀਤਾ, ਮੱਛਲੀ ਨੂੰ, ਵੱਡੀ ਨੂੰ। ਉਹ ਨੇੜੇ ਆਈ ਤੇ ਉਹ ਰਊਫ ਸਾਹਿਬ ਕਹਿੰਦੇ ਯਾਰ ਇਹ ਕਿਸਾ ਨਿਕਲੇਗੀ? ਮੈਂ ਕਿਹਾ ਨਿਕਲ ਆਏਗੀ, ਤੁਸੀਂ ਫਿਕਰ ਨਾ ਕਰੋ, ਬਸ ਤੁਸੀਂ ਤਿਆਰੀ ਰੱਖੋ ਫੜਨ ਦੀ ਇਹਨੂੰ। ਉਹ ਨੇੜੇ ਆਈ ਤੇ ਮੈਂ ਕਿਹਾ ਹੁਣ ਹੱਥ ਪਾਓ ਇਹਨੂੰ। ਉਹਨਾਂ ਹੱਥ ਫੇਰਿਆ ਉਹਦੇ ਉੱਤੇ। ਤੇ ਮੱਛਲੀ ਦੀ ਖਾਸੀਅਤ ਹੈ ਕਿ ਜਦੋਂ ਇਨਸਾਨੀ ਹੱਥ ਉਹਨੂੰ ਲੱਗ ਜਾਏ ਨਾ, ਇਨਸਾਨੀ ਹੱਥ 'ਚ ਇੰਨੀ ਕਸ਼ਿਸ਼ ਹੈ ਕਿ ਉਹ ਮੱਛੀ ਜਿਹੜੀ ਹੈ ਨਾ ਆਰਾਮ ਹੋ ਜਾਂਦੀ ਹੈ, ਉਹ ਅੱਗੋਂ ਹਿਲਦੀ ਨਹੀਂ ਫਿਰ। ਉਹ ਐਸਾ ਉਹਨਾਂ ਨੇ ਉਹਦੇ 'ਤੇ ਹੱਥ ਫੇਰਿਆ ਕਿ ਉਹ ਖਲੋ ਹੀ ਗਈ, ਬਿਲਕੁਲ ਖਲੋ ਗਈ। ਮੈਂ ਕਿਹਾ ਉਹਨਾਂ ਨੂੰ ਚੁੱਕ ਲਓ। ਉਹਦੇ ਨਾਲ ਉਹ ਉਸੇ ਵੇਲੇ ਉਹਨਾਂ ਨੂੰ ਖਖਵਾੜ 'ਚ ਹੱਥ ਪਾ ਕੇ ਉਹਨੂੰ ਚੁੱਕ ਲਿਆ। ਤਾਂ ਇਹ ਬੜਾ ਵਾਕਿਆ ਸੀ ਸਾਡੇ ਲਈ। ਅਸੀਂ ਤਾਂ ਇਹ ਸਮਝੇ ਕਿ ਸਾਡੇ ਰਊਫ ਸਾਹਿਬ ਅੱਜ ਗਏ, ਲੇਕਿਨ ਅਲਹਮਦੁਲਿਲਾ ਉਹ ਠੀਕ ਸਨ, ਉਹਨਾਂ ਮੱਛੀ ਫੜੀ ਦੀ ਸੀ। ਅੱਛਾ ਇਹ ਦੱਸੋ ਕਿ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਸ਼ਿਕਾਰੀ ਦੋਸਤ ਨਾਲ ਕੋਈ ਇਸ ਤਰ੍ਹਾਂ ਦਾ ਵੀ ਵਾਕਿਆ ਹੋਇਆ ਕਿ ਤੁਸੀਂ
ਸੁੱਟਿਆ ਹੋਵੇ, ਮਤਲਬ ਇਸ ਤਰ੍ਹਾਂ ਕੁੰਡੀ ਸੁੱਟੀ ਹੈ ਤੇ ਉਹਦੇ ਵਿੱਚ ਕੋਈ ਹੋਰ ਬੜਾ ਵੱਡਾ ਜਾਨਵਰ ਲੱਗ ਗਿਆ, ਕੋਈ ਮੱਛੀ ਤੋਂ ਇਲਾਵਾ ਕੋਈ ਹੋਰ ਅਜੀਬ ਚੀਜ਼, ਜਿਸ ਅੱਲਾਹ ਪਾਕ ਦੇ ਹਜ਼ਾਰਾਂ ਜਾਨਵਰ ਨੇ ਪਾਣੀ ਵਿੱਚ, ਕੋ ਮੇਰਾ ਮਤਲਬ ਹੈ ਕੋਈ ਕਛੂਆ ਵੱਡਾ ਲੱਗ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਵੀ ਹੋਇਆ ਵਾਕਿਆ ਕਿ ਨਹੀਂ? ਮੇਰੇ ਨਾਲ ਤਾਂ ਨਹੀਂ ਹੋਇਆ। ਮੇਰੇ ਨਾਲ ਇੱਕ ਮੇਰੇ ਸਾਥੀ ਜਾਂਦੇ ਨੇ ਜੀ, ਉਹ ਵੀ ਖੇਡਦੇ ਸਨ ਸ਼ਿਕਾਰ, ਉਹਨਾਂ ਰਾੜ ਸੁੱਟਿਆ ਦਾ ਸੀ ਤੇ ਬੈਠੇ ਦੇ ਸਨ ਤੇ ਕਹਿੰਦੇ ਨੇ ਲੈ ਯਾਰ ਅੱਜ ਬੜੇ ਦਿਨ ਹੋਏ ਨਾ ਮੱਛੀ ਨਹੀਂ ਵੀ ਲੱਗਦੀ ਮੈਨੂੰ। ਉਹ ਜਦੋਂ ਉਹਨਾਂ ਨੂੰ ਹੋਈ ਹੈ ਨਾ ਠੰਗੂਰ ਤੇ ਉਹ ਕਹਿੰਦੇ ਲੈ ਵੀ ਚਾਂਸ ਹੋ ਗਏ। ਮੈਂ ਕਿਹਾ ਚਲੋ ਦੇਖਦੇ ਆ। ਫਿਰ ਉਹ ਦੇਖਿਆ ਤੇ ਉਹ ਲੱਗ ਗਈ ਉਹਨਾਂ ਨੂੰ, ਉਹ ਹੋ ਗਈ ਤੇ ਉਹ ਕਹਿੰਦੇ ਨਾਲ ਲੱਗ ਗਈ ਬੜੀ ਵੱਡੀ ਮੱਛੀ, ਕੱਢ ਲੈਂਦੇ ਆ ਉਹਨੂੰ। ਉਹ ਵਾਹਵਾ ਦੇਰ ਉਹਨੂੰ ਖਿਡਾਉਂਦੇ ਰਹੇ। ਮੈਂ ਉਸ ਦੌਰਾਨ ਚੈੱਕ ਕਰ ਲਿਆ ਕਿ ਵੀ ਇਹ ਮੱਛੀ ਨਹੀਂ। ਮੈਂ ਕਿਹਾ ਹੋਰ ਕੋਈ ਸ਼ੈ ਜੇ, ਮੈਂ ਕਿਹਾ ਮੱਛੀ ਨਹੀਂ ਜੇ, ਇਹ ਕੋਈ ਹੋਰ ਸ਼ੈ ਜੇ, ਕਛੂਆ ਵਗੈਰਾ ਜੇ। ਕਹਿੰਦੇ ਨਹੀਂ ਮੱਛੀ ਹੈ। ਮੈਂ ਕਿਹਾ ਕੱਢੋ ਹਾਂ, ਫਿਰ ਮੈਂ ਪਤਾ ਲੱਗ ਜਾਂਦਾ। ਉਹ ਲੱਗੇ ਰਹੇ ਬੜੀ ਦੇਰ ਬਾਅਦ ਉਹਨਾਂ ਨੇ ਨੇੜੇ ਆਂਦਾ ਤੇ ਉਹਦੇ ਤੋਂ ਪਤਾ ਲੱਗਦਾ, ਜੋ ਦੂਰ ਵੀ ਹੋਏ ਨਾ ਤੇ ਉਹ ਬੁਲਬੁਲੇ ਕੱਢਦਾ ਜਿਹੜਾ ਕਛੂਆ ਹੈ, ਤੇ ਉਹ ਤੋਂ ਪਤਾ ਲੱਗ ਜਾਂਦਾ ਕਿ ਇਹ ਮੱਛੀ ਨਹੀਂ। ਤੇ ਉਹ ਨੇੜੇ ਆਇਆ ਤਾਂ ਉਹ ਕਛੂਆ ਸੀ, ਤੇ ਉਹ ਤਕਰੀਬਨ ਕੋਈ 17 ਕਿਲੋ ਦਾ ਕਛੂਆ ਹੋਇਆ। ਅੱਛਾ ਸ਼ਾਇਦ ਇਹ ਦੱਸੋਗੇ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਤੁਸੀਂ ਕਿਹਾ ਨਾ ਕਿ ਮੈਨੂੰ ਪਤਾ ਲੱਗ ਗਿਆ ਕਿ ਮੱਛੀ ਕੋਈ ਨਹੀਂ, ਇਹ ਕੋਈ ਹੋਰ ਹੀ ਚੀਜ਼ ਹੈ? ਉਹ ਦੱਸਿਆ ਨਾ ਕਿ ਉਹ ਜਦੋਂ ਦੂਰੋਂ ਲੱਗਦਾ ਨਾ ਤੇ ਉਹ ਬੁਲਬੁਲੇ ਕੱਢਦਾ ਪਾਣੀ 'ਚ, ਕਛੂਆ ਜਿਹੜਾ। ਅੱਛਾ ਤੇ ਉਹ ਕਛੂਏ ਬੁਲਬੁਲੇ ਕੱਢੇ ਤੇ ਮੈਂ ਕਿਹਾ ਮੱਛੀ ਨਹੀਂ ਜੇ। ਉਹਦੇ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਕਛੂਆ ਹੈ। ਤੇ ਸ਼ਾਇਦ ਜਦੋਂ ਲੱਗ ਜਾਂਦੀ ਹੈ ਮੱਛੀ, ਮਸਲਨ ਕੁੰਡੀ ਜਿਹੜੀ ਹੈ ਉਹ ਮੱਛੀ ਦੇ ਮੂੰਹ 'ਚ ਫਸ ਜਾਂਦੀ ਹੈ, ਤੇ ਉਹ ਕਿਸ ਤਰ੍ਹਾਂ ਫਿਰ ਪਤਾ ਲੱਗਦਾ ਸ਼ਿਕਾਰੀ ਨੂੰ? ਤੇ ਉਹ ਜਦੋਂ ਫਸ ਜਾਂਦੀ ਹੈ ਤੇ ਭਾਰੀ ਹੈ ਹੁਣ ਮੱਛੀ, ਤੇ ਡੋਰ ਤੇ ਪਤਲੀ ਜੀ ਹੁੰਦੀ ਹੈ, ਤੇ ਉਹ ਕਿਸ ਟੈਕਨੀਕ ਨਾਲ ਬਾਹਰ ਕੱਢਣੀ ਚਾਹੀਦੀ ਹੈ ਕਿ ਡੋਰ ਵੀ ਨਾ ਟੁੱਟੇ, ਮੱਛੀ ਵੀ ਨਾ ਨਸੇ? ਉਹਦਾ ਕੋਈ ਦਾ ਵੀ ਤਾਂ ਦੱਸੋ ਨਾ ਵੀ। ਮੈਂ ਪਹਿਲੇ ਦਿਨ ਤੋਂ ਹੀ ਰੀਲ ਰਾਡ ਨਾਲ ਸ਼ਿਕਾਰ ਖੇਡਣਾ ਪਿਆ। ਅੱਛਾ। ਤੇ ਉਹਦੇ ਨਾਲ ਇਹ ਵੀ ਕਿ ਤੁਹਾਨੂੰ ਫੌਰਨ ਅਹਿਸਾਸ ਹੋ ਜਾਂਦਾ ਕਿ ਮੱਛੀ ਦੀ ਪਾਵਰ ਕਿੰਨੀ ਹੈ, ਛੋਟੀ ਹੈ ਮੱਛੀ ਕਿ ਵੱਡੀ ਹੈ ਮੱਛੀ। ਉਹਦੇ ਮੁਤਾਬਕ ਤੁਸੀਂ ਉਹਨੂੰ ਐਡਜਸਟ ਕਰ ਲਓ ਅੱਗੋਂ ਰੀਲ ਨੂੰ। ਉਹ ਜਿੰਨਾ ਉਹ ਅਗਰ ਉਹ ਖਿੱਚੇ ਤੇ ਉਹ ਖਿੱਚ ਸਕੇ ਡੋਰ ਨੂੰ, ਅਗਰ ਤੁਸੀਂ ਉਹਨੂੰ ਲਪੇਟਣਾ ਚਾਹੋ ਤਾਂ ਤੁਸੀਂ ਲਪੇਟ ਲਵੋ। ਮਤਲਬ ਦੋਵਾਂ ਪਾਸੇ ਇਕੁਅਲ ਸਟਰੈਂਥ ਹੋ ਜਾਏ। ਜਦੋਂ ਇਕੁਅਲ ਸਟਰੈਂਥ ਹੋ ਜਾਏਗੀ ਨਾ, ਫਿਰ ਉਹ ਮੱਛੀ ਘਬਰਾਏਗੀ ਨਹੀਂ, ਉਹ ਹੌਲੀ ਹੌਲੀ ਆਹਿਸਤਾ ਆਹਿਸਤਾ ਤੁਹਾਡੇ ਵੱਲ ਆਉਣਾ ਸ਼ੁਰੂ ਹੋ ਜਾਏਗੀ। ਤੁਸੀਂ ਲਪੇਟੀ ਜਾਓਗੇ, ਉਹ ਤੁਹਾਡੇ ਵੱਲ ਆਉਂਦੀ ਜਾਏਗੀ। ਉਹਦੇ ਨਾਲ ਨੇੜੇ ਆ ਕੇ ਤੁਸੀਂ ਉਹਨੂੰ ਫੜ ਲਓਗੇ। ਹਾਂ, ਤੇ ਜੇ ਸ਼ਾਇਰੀ ਉਹ ਮਤਲਬ ਜ਼ੋਰ ਲਾ ਰਹੀ ਹੈ, ਪਿੱਛਾ ਨੂੰ ਖਿੱਚ ਰਹੀ ਹੈ, ਤੇ ਇਧਰੋਂ ਅਸੀਂ ਵੀ ਜ਼ੋਰ ਲਾਉਣ ਲੱਗ ਪਈਏ, ਤੇ ਫਿਰ ਉਹ ਮਤਲਬ ਉਹ ਤੁਸੀਂ ਟੁੱਟਣ ਦਾ ਡਰ ਹੁੰਦਾ ਨਾ, ਲੇਕਿਨ ਅਸੀਂ ਉਹਨੂੰ ਐਸਾ ਐਡਜਸਟ ਕਰ ਦਿੰਦੇ ਹਾਂ ਕਿ ਅਗਰ ਉਹ ਖਿੱਚੇ ਤੇ ਉਹ ਡੋਰ ਲਈ ਜਾਏ, ਅਗਰ ਅਸੀਂ ਉਹਨੂੰ ਲਪੇਟੀਏ ਤੇ ਅਸੀਂ ਲਪੇਟੀ ਲਿਆਈਏ। ਇਹ ਹਿਸਾਬ ਹੁੰਦਾ ਇਹਦੇ 'ਚ, ਰੀਲ ਰਾਡ ਦੇ 'ਚ ਇਹ ਖਸੂਸੀਅਤ ਹੈ। ਬਾਕੀ ਕੁੰਡੀ ਤੋਂ ਇਲਾਵਾ ਮੈਂ ਕਦੀ ਨਹੀਂ ਸ਼ਿਕਾਰ ਖੇਡਿਆ ਹੋਰ। ਰੀਲ ਰਾਡ ਜਿਸ ਵੇਲੇ ਉਹ ਮਤਲਬ ਫਸ ਗਈ ਹੈ ਮੱਛੀ, ਹੁਣ ਲੱਗ ਗਈ ਹੈ ਕੁੰਡੀ ਨੂੰ, ਤੇ ਉਹਨੂੰ ਉੱਥੇ ਥੋੜੀ ਕੁ ਦੇਰ ਤੜਫਣ ਦੇਣਾ ਚਾਹੀਦਾ। ਤੜਫ ਕੇ ਥੱਕ ਵੀ ਤੇ ਜਾਂਦੀ ਹੋਣੀ ਹੈ ਨਾ, ਵੀ ਮਤਲਬ ਥਕਾ ਕੇ ਵੀ ਕੱਢ ਲੈਂਦੇ ਹੋ? ਤੜਫਣਾ ਉਹਦੀ ਕੋਈ ਥਕਾਵਟ ਨਹੀਂ ਹੁੰਦੀ, ਉਹਨੂੰ ਦੌੜਨ ਦਿਓ ਜਿੰਨਾ ਦੌੜ ਸਕਦੀ ਹੈ। ਉਹਨੂੰ ਐਸਾ ਸੈੱਟ ਕਰ ਦਿਓ ਕਿ ਉਹ ਦੌੜਨਾ ਚਾਹੇ ਤੇ ਉਹ ਦੌੜੇ, ਅਗਰ ਤੁਸੀਂ ਲਪੇਟਣਾ ਚਾਹੋ ਤਾਂ ਤੁਸੀਂ ਉਹਨੂੰ ਲਪੇਟ ਲਵੋ। ਉਹ ਦੌੜ ਨਾਲ ਹੀ ਥੱਕਦੀ ਹੈ। ਉਹ ਟਾਈਟ ਹੋਏਗੀ ਨਾ ਡੋਰ, ਤਾਂ ਖਿੱਚੇਗੀ ਨਾ ਤੇ ਉਹਨੂੰ ਆਉਂ ਲੱਗੇਗਾ ਕਿ ਮੈਨੂੰ ਫਸ ਗਈ ਦੀਆਂ, ਤਾਂ ਮੈਨੂੰ ਉਹ ਫਿਰ ਥੱਕਦਾ ਸ਼ੁਰੂ ਹੋ ਜਾਂਦੀ ਹੈ। ਜੋ ਥੱਕ ਜਾਂਦੀ ਹੈ ਫਿਰ ਨੈਚੁਰਲੀ ਕਾਬੂ ਆ ਜਾਂਦੀ ਹੈ ਵਿਚਾਰੀ। ਫਿਰ ਮਤਲਬ ਥੱਕ ਜੂ ਚੀਜ਼ ਹੈ ਕਿ ਜਾਇਦ। ਅੱਛਾ, ਦੂਸਰੀ ਗੁਜ਼ਾਰਿਸ਼ ਇਹ ਹੈ ਕਿ ਪਾਣੀ ਦੇ ਵਿੱਚ ਭਾਵੇਂ ਕਿੱਡੀ ਵੱਡੀ ਮੱਛੀ ਹੋਵੇ, ਉਹ ਪਾਣੀ ਦੇ ਵਿੱਚ ਉਹਨੂੰ ਖਿੱਚਣਾ ਆਸਾਨ ਨਹੀਂ ਹੁੰਦਾ। ਖੁਸ਼ਕੀ ਨਾਲ ਤਾਂ ਕੋਈ 20-25 ਕਿਲੋ 30 ਕਿਲੋ ਦੀ ਚੀਜ਼ ਨੂੰ ਘਸੀਟੀ ਹੈ ਤੇ ਖੁਸ਼ਕੀ ਤੇ ਤਾਂ ਜ਼ੋਰ ਲੱਗਦਾ ਨਾ, ਤੇ ਪਾਣੀ ਦਾ ਨਹੀਂ ਐਡਾ ਲੱਗਦਾ ਹੋਣਾ। ਪਾਣੀ ਸਗੋਂ ਜ਼ਿਆਦਾ ਲੱਗਦਾ। ਪਾਣੀ ਜਿਹੜੀ ਕੋਈ 3 ਕਿਲੋ ਦੀ ਮੱਛੀ ਹੈ ਨਾ, ਆਉਂ ਲੱਗਦਾ ਕਿ ਤੁਹਾਨੂੰ ਕੋਈ 10 ਕਿਲੋ ਦੀ ਮੱਛੀ ਲੱਗਦੀ ਹੈ। ਅੱਛਾ। ਪਾਣੀ ਜਿਹਦਾ ਜ਼ੋਰ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂ ਉਹ ਆਪਣੀ এনवायरमेंट 'ਚ ਹੁੰਦੀ ਹੈ ਤੇ ਉਹਦੇ 'ਚੋਂ ਮਾਰ ਘੱਟ ਹੀ ਖਾਂਦੀ ਹੈ, ਤੇ ਉਹ ਇਹੋ ਹੁੰਦਾ ਕਿ ਬੜੀ ਵੱਡੀ ਮੱਛੀ ਲੱਗ ਗਈ ਹੈ। ਅਮੂਨ 3-4 ਕਿਲੋ ਦੀ ਮੱਛੀ ਜਿਹੜੀ ਬੜੀ ਭਾਰੀ ਮਹਿਸੂਸ ਹੁੰਦੀ ਹੈ। ਇਹ ਹਿਸਾਬ ਹੈ ਇਹਦਾ। ਸ਼ਾਇਰੀ ਕਦੀ ਅੱਲਾ ਨਾ ਕਰੇ ਇਸ ਤਰ੍ਹਾਂ ਤੇ ਨਹੀਂ ਹੁੰਦਾ, ਮਤਲਬ ਤੁਸੀਂ ਕੰਢੇ ਤੇ ਰਹਿੰਦੇ ਹੋ ਜਾਂ ਥੱਲੇ ਵੱਲ ਨੂੰ ਉਤਰਦੇ ਹੋ? ਜੇ ਥੱਲੇ ਨੂੰ ਤੁਸੀਂ ਉਤਰਦੇ ਹੋ ਦਰਿਆ ਦੇ ਵਿੱਚ, ਕਿ ਜ਼ਰਾ ਨੀਵਾਂ ਹੋ ਕੇ ਮੈਂ ਕੁੰਡੀ ਲਾਣਾ, ਤੇ ਉਹ ਜਿਹੜੀ ਜਗ੍ਹਾ ਦੇ ਉੱਤੇ ਤੁਸੀਂ ਉਤਰਦੇ ਹੋ, ਜੇ ਉਹ ਬਹਿ ਜਾਵੇ ਜਗ੍ਹਾ, ਤੇ ਫਿਰ ਦਰਿਆ 'ਚ ਡੁੱਬਣ ਦਾ ਵੀ ਤਾਂ ਖਤਰਾ ਹੁੰਦਾ ਨਾ। ਨਹੀਂ, ਇਹੋ ਜਿਹੀ ਜਗ੍ਹਾ ਤੇ ਕਦੀ ਮੈਂ ਸ਼ਿਕਾਰ ਨਹੀਂ ਖੇਡਿਆ। ਜ਼ਰਾ ਅਸੀਂ ਆਪਣੇ ਆਪ ਨੂੰ ਸੇਫ ਰੱਖ ਕੇ ਸ਼ਿਕਾਰ ਇhtiyat ਨਾਲ ਹੀ ਖੇਡਣਾ ਚਾਹੀਦਾ। ਖੇਡਣਾ ਵੀ ਇhtiyat ਨਾਲ ਹੀ ਚਾਹੀਦਾ, ਇੰਨਾ ਰਿਸਕ ਨਹੀਂ ਲੈਣਾ ਚਾਹੀਦਾ ਕਿ ਆਪਣੀ ਜਾਨ ਤੁਸੀਂ ਖਤਰੇ 'ਚ ਪਾ ਲਓ। ਪਿਆਰਿਓ, ਹੁਣ ਸਾਡੇ ਨਾਲ ਮੌਜੂਦ ਨੇ ਸਾਡੇ ਅਗਲੇ ਪ੍ਰਾਹੁਣੇ। ਇਹ ਗੁਜਰਾਂਵਾਲਾ ਦਾ ਜਿਹੜਾ ਐਂਗਲਰਜ਼ ਕਲੱਬ ਹੈ, ਉਹਦੇ ਸੈਕਟਰੀ ਇਤਲਾਤ ਔਰ ਨਸ਼ਰੀਆਤ ਨੇ।
ਸੁਲਤਾਨ ਮਹਿਮੂਦ ਇਹਨਾਂ ਦਾ ਨਾਂ ਹੈ। ਇਹ ਚੈਂਪੀਅਨ ਵੀ ਰਹਿ ਚੁੱਕੇ ਨੇ ਮੱਛਲੀ ਦੇ ਸ਼ਿਕਾਰ ਦੇ। ਆਓ ਤੁਹਾਨੂੰ ਇਹਨਾਂ ਦੇ ਨਾਲ ਵੀ ਮਿਲਵਾਉਂਦੇ ਹਾਂ, ਇਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਾਉਂਦੇ ਹਾਂ। ਅਸਲਾਮ ਵਾਲੇਕੁਮ ਜੀ। ਜੀ ਵਾਲੇਕੁਮ ਸਲਾਮ ਜੀ। ਅੱਛਾ ਜੀ, ਇਹ ਦੱਸੋ ਤੁਹਾਨੂੰ ਕਦੋਂ ਦਾ ਇਹਦਾ ਸ਼ੌਕ ਹੈ ਮੱਛਲੀ ਦੇ ਸ਼ਿਕਾਰ ਦਾ? ਇਹ ਜਨਾਬ ਮੇਰੇ ਵਾਲਦ ਸਾਹਿਬ ਅੱਲਾਹ ਪਾਕ ਉਹਨਾਂ ਨੂੰ ਜਨਤਾ ਹੀ ਘਰ ਦੇ, ਉਹ ਵੀ ਸ਼ੁਰੂ ਤੋਂ ਸ਼ਿਕਾਰ ਖੇਡਦੇ ਸਨ, ਖਾਨਦਾਨੀ ਸ਼ੌਕ ਹੈ। ਹਾਂ ਅਵਾਨ ਫੈਮਿਲੀ ਨਾਲ ਜਨਾਬ ਤਾਲੁਕ ਹੈ ਆਪਣਾ। ਹਾਂ ਠੀਕ ਹੈ। ਸਭ ਤੋਂ ਪਹਿਲੇ ਤਾਂ ਮੈਂ ਜਨਾਬ ਇਹ ਗੱਲ ਕਰਾਂਗਾ ਤਰ ਭੱਟ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਉਹ ਸਿਆਲਕੋਟ ਤੋਂ ਇੱਥੇ ਗੁਜਰਾਂ ਆਏ ਨੇ, ਆ ਕੇ ਉਹਨੇ ਸਾਡੇ ਸ਼ਿਕਾਰੀਆਂ ਦੇ ਨਾਲ ਹੌਸਲਾ ਅਫਜ਼ਾਈ ਬੜੀ ਕੀਤੀ ਹੈ। ਹਾਂ ਠੀਕ ਹੈ। ਮੈਂ 103 ਕਿਲੋ ਦਾ ਇੱਕ ਸ਼ਿਕਾਰ ਪਕੜਿਆ ਸੀ, ਖੱਗਾ ਕਹਿੰਦੇ ਨੇ ਉਹਨੂੰ, ਰਾਵੀ ਖੱਗਾ ਦਰਿਆ ਜੇਲਮ ਤੋਂ। ਅੱਛਾ। 103 ਕਿਲੋ ਦਾ। ਉਹ ਮੇਰੀ ਹੌਸਲਾ ਅਫਜ਼ਾਈ ਕਰਨ ਵਾਲਾ ਇੱਥੇ ਕੋਈ ਵੀ ਨਹੀਂ ਸੀ ਹੈਗਾ। ਠੀਕ ਹੈ। ਇਹ ਤਾਰਕ ਭੱਟ ਸਾਹਿਬ ਦੀ ਮਿਹਰਬਾਨੀ, ਇਹਨਾਂ ਨੇ ਆਪਣੇ ਉੱਥੇ ਕੋਈ ਫੰਕਸ਼ਨ ਕਰਾਇਆ ਸਿਆਲਕੋਟ ਜੀ, ਸਿਆਲਕੋਟ। ਇੱਥੋਂ ਮੈਨੂੰ ਉਹਨਾਂ ਸਪੈਸ਼ਲੀ ਬੁਲਾਇਆ। ਉੱਥੇ ਨੇ ਇਹਨਾਂ ਨੇ ਮੈਨੂੰ ਸ਼ੀਲਡ ਦਿੱਤੀ, ਸਪੈਸ਼ਲੀ ਤੌਰ 'ਤੇ ਇਨਾਮ ਦਿੱਤੇ, ਮੇਰੀ ਹੌਸਲਾ ਅਫਜ਼ਾਈ ਕੀਤੀ। ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਸ਼ਿਕਾਰੀਆਂ ਵਾਸਤੇ ਬਹੁਤ ਕੁਝ ਕਰਦੇ ਨੇ। ਹਾਂਜੀ, ਇਹ ਵੇਖੋ ਅੱਜ ਵੀ ਜਿਹੜੀ ਮਹਿਫਲ ਹੋ ਰਹੀ ਹੈ ਗੁਜਰਾਂਵਾਲੇ ਜੀ, ਐਡਾ ਗ੍ਰੈਂਡ ਫੰਕਸ਼ਨ ਕਰਾਇਆ, ਐਡਾ ਬਿਹਤਰੀਨ ਖਾਣਾ ਦਿੱਤਾ ਹੈ, तमाम ਪਾਕਿਸਤਾਨ ਤੋਂ ਸ਼ਿਕਾਰੀ ਮੱਛਲੀ ਦੇ ਬੁਲਾਏ ਨੇ। ਇਹਦੇ ਮੇਜ਼ਬਾਨ ਵੀ ਤਾਰਕ ਭੱਟ ਸਾਹਿਬ ਹੀ ਨੇ। ਫਿਰ ਉਹਨਾਂ ਗੁਜਰਾਂਵਾਲੇ ਕਲੱਬ ਬਣਾ ਕੇ ਤੁਹਾਨੂੰ ਦਿੱਤਾ, ਤੁਸੀਂ ਉਹਦੇ ਜਨਰਲ ਸੈਕਟਰੀ ਹੋ। ਜੀ ਜੀ ਬਿਲਕੁਲ। ਅੱਛਾ, ਤੁਸੀਂ ਇਹ ਦੱਸੋ ਕਿ ਜਦੋਂ ਮੱਛਲੀ ਦੇ ਸ਼ਿਕਾਰੀ ਸ਼ਿਕਾਰ ਖੇਡਣ ਜਾਂਦੇ ਨੇ, ਜੀ ਜੀ ਦੇਖੋ ਹਜ਼ੂਰ, ਮੱਛਲੀ ਇੱਕ ਮਖਲੂਕ ਹੈ, ਅੱਲਾਹ ਪਾਕ ਦੀ ਬੇਜ਼ਬਾਨ ਮਖਲੂਕ ਹੈ, ਸਾਡੀ ਖੁਰਾਕ ਦਾ ਹਿੱਸਾ ਹੈ, ਅਹਮ ਜੁਜ਼ਵ ਹੈ। ਜੀ ਜੀ ਅਸੀਂ ਮੱਛਲੀ ਦਾ ਸ਼ਿਕਾਰ ਕਰਨੇ ਆ, ਉਹਨੂੰ ਖਾਣੇ ਆ। ਜੀ ਜੀ ਲੇਕਿਨ ਅਰਜ਼ ਮੈਂ ਇਹ ਕਰਨਾ ਚਾਹਨਾ ਕਿ ਕਿਆ ਮੱਛਲੀ ਦੀ ਅਫਜ਼ਾਇਸ਼ ਦੇ ਵਾਸਤੇ ਵੀ ਤੁਹਾਡਾ ਕਲੱਬ ਜਾਂ ਤੁਹਾਡੀ ਐਸੋਸੀਏਸ਼ਨ ਕੁਝ ਕਰਦੀ ਹੈ? ਮੇਰਾ ਮਤਲਬ ਹੈ, ਵੇਖੋ ਨਾ, ਜਿਵੇਂ ਇੱਥੇ ਆ ਕੇ ਅਰਬ ਦੇ ਸ਼ਿਕਾਰੀ ਸਾਡੇ ਇੱਥੇ ਬਹਾਵਲਪੁਰ ਚ ਆ ਕੇ ਤੇ ਤਲੋਰ ਦਾ ਸ਼ਿਕਾਰ ਖੇਡਦੇ ਹੁੰਦੇ ਸੀ, ਪਤਾ ਹੈ ਨਾ? ਜੀ ਜੀ ਬਿਲਕੁਲ। ਪਿੱਛੇ ਜਿਹਾ ਪਤਾ ਲੱਗਾ ਜੀ ਕਿ ਤਲੋਰ ਮੁੱਕਦਾ ਜਾ ਰਿਹਾ ਹੈ, ਕਾਫੀ ਘਟ ਗਿਆ। ਜੀ ਜੀ ਬਿਲਕੁਲ। ਔਰ ਅਰਬ ਜਿਹੜੇ ਬਾਦਸ਼ਾਹ ਸਾਨੀਆਂ ਸ਼ਹਜ਼ਾਦੇ ਇੱਥੇ ਆ ਕੇ ਸਾਡੇ ਰਿਆਸਤ ਦੇ ਇਲਾਕੇ ਦੇ ਵਿੱਚ ਉੱਥੇ ਸ਼ਿਕਾਰ ਖੇਡਦੇ ਸਨ। ਜੀ ਜੀ ਬਿਲਕੁਲ। ਉਹਨਾਂ ਨੇ ਅਰਬਾਂ ਰੁਪਏ ਦਿੱਤੇ ਪਾਕਿਸਤਾਨ ਨੂੰ ਕਿ ਐਸੇ ਏਰੀਆਜ਼ ਬਣਾਓ, ਐਸੇ ਇਲਾਕੇ ਬਣਾਓ, ਫਿਕਸ ਕਰ ਦਿਓ ਜਿੱਥੇ ਤਲੋਰ ਦੀ ਨਸਲ ਅਫਜ਼ਾਇਸ਼ ਕੀਤੀ ਜਾਏ ਜ਼ਿਆਦਾ ਤੋਂ ਜ਼ਿਆਦਾ। ਫਿਰ ਤਲੋਰ, ਫਿਰ ਉੱਥੇ ਸੁਣਿਆ ਆਪਣੇ ਇਲਾਕਿਆਂ ਦੇ ਵਿੱਚ ਅਰਬ ਦੇ ਵਿੱਚ ਉਹਨਾਂ ਨੇ ਅਫਜ਼ਾਇਸ਼ ਕਰਾਈ ਤੇ ਉੱਥੋਂ ਬਹੁਤ ਸਾਰੇ ਤਲੋਰ ਲਿਆ ਕੇ ਨਾ ਜੀ ਇੱਥੇ ਛੱਡੇ, ਨਰ ਤਲੋਰ, ਮਾਦਾ ਤਲੋਰ ਜਾਨਵਰ ਇੱਥੇ ਛੱਡੇ ਕਿ ਇੱਥੇ ਕੁਦਰਤੀ ਮਾਹੌਲ ਦੇ ਵਿੱਚ ਫਿਰ ਉਹ ਅੰਡੇ ਬੱਚੇ ਦੇਣ ਔਰ ਫਿਰ ਉਹਨਾਂ ਦੀ ਅਫਜ਼ਾਇਸ਼ ਹੋਵੇ। ਮੱਛਲੀ ਦੇ ਜਿਹੜੇ ਸ਼ਿਕਾਰੀ ਨੇ ਨਾ ਜੀ, ਜਦੋਂ ਸ਼ਿਕਾਰ ਖੇਡਣ ਜਾਂਦੇ ਨੇ ਨਾ, ਤੇ ਗੁੱਸਾ ਨਾ ਕਰਿਆ ਜੀ, ਇੱਕ ਤੇ ਜਿੱਥੇ ਬਹਿ ਕੇ ਸ਼ਿਕਾਰ ਖੇਡਦੇ ਨੇ ਉੱਥੇ ਸੁਲਤਾਨ ਬਾਦਸ਼ਾਹ ਸਾਹਿਬ ਗੰਦ ਬੜਾ ਪਾ ਕੇ ਆਉਂਦੇ ਨੇ, ਹਰ ਸ਼ੈ ਉੱਥੇ ਸੁੱਟ ਆਉਂਦੇ ਨੇ, ਰੋਟੀ ਖਾ ਕੇ ਡੱਬੇ, ਕਿਸੇ ਜੂਸ ਪੀਤਾ ਉੱਥੇ ਹੀ ਸੁੱਟਦਾ। ਇਹ ਕੰਮ ਸਹੀ ਨਹੀਂ ਹੈ ਜੀ, ਬਿਲਕੁਲ। ਸਫਾਈ ਹੋਣੀ ਚਾਹੀਦੀ ਹੈ। ਜਿੱਥੇ ਅਸੀਂ ਗਏ, ਅਸੀਂ ਪਿਕਨਿਕ ਮਨਾਈ, ਅਸੀਂ ਸਾਰੀ ਦਿਹਾੜੀ ਗੁਜ਼ਾਰੀ ਹੈ, ਉੱਥੇ ਅਸੀਂ ਗੰਦ ਪਾ ਕੇ ਆ ਜਾਈਏ ਤੇ ਇਹ ਸੋਹਣਾ ਨਹੀਂ ਲੱਗਦਾ। ਨਹੀਂ, ਬਿਲਕੁਲ ਨਹੀਂ ਚੰਗਾ ਨਹੀਂ ਲੱਗਦਾ। ਤੁਹਾਡੇ ਜਿਹੜੇ ਸ਼ਿਕਾਰੀ ਭਰਾ ਨੇ, ਤੁਹਾਡੀ ਐਸੋਸੀਏਸ਼ਨ ਦਾ ਫਰਜ਼ ਹੈ ਕਿ ਉਹਨਾਂ ਨੂੰ ਆਦਾਬ ਸਿਖਾਓ, ਇਖਲਾਕਿਆਤ ਵੀ, ਕਿ ਯਾਰ ਇਹ ਵੀ ਆਪਣੇ ਕਾਨੂੰਨਾਂ ਦੇ ਵਿੱਚ ਲਿਖ ਲਓ ਕਿ ਗੰਦ ਵੀ ਨਹੀਂ ਪਾਉਣਾ। ਦੂਜਾ ਸਰ, ਮੱਛੀ ਤੁਸੀਂ ਮਾਰੀ ਆਉਂਦੇ ਹੋ, ਮਤਲਬ ਸ਼ਿਕਾਰ ਕਰੀ ਆਉਂਦੇ ਹੋ, ਮੱਛੀ ਦੀ ਅਫਜ਼ਾਇਸ਼ ਵਾਸਤੇ ਕੁਝ ਕਰ ਰਹੇ ਹੈ ਤੁਹਾਡੀ ਐਸੋਸੀਏਸ਼ਨ, ਜਿਵੇਂ ਉਹ ਤਲੋਰਾਂ ਵਾਸਤੇ ਅਰਬ ਵਾਲੇ ਕਰਦੇ ਨੇ? ਜੀ ਬੜੀ ਅੱਛੀ ਗੱਲ, ਬੜਾ ਅੱਛਾ ਸਵਾਲ ਕੀਤਾ ਤੁਸੀਂ ਜੀ। ਮੈਂ ਅੱਗੇ ਅਰਜ਼ ਕੀਤੀ ਸੀ ਵੀ ਸਾਨੂੰ ਗੁਜਰਾਂਵਾਲੇ ਦੇ ਵਿੱਚ ਨਾ ਕੋਈ ਬੰਦਾ ਨਾ ਹੌਸਲਾ ਅਫਜ਼ਾਈ ਦੇਣ ਵਾਸਤੇ ਸਾਡੇ ਸਿਰ ਤੇ ਕੋਈ ਬੰਦਾ ਨਹੀਂ ਸੀ ਹੈ। ਇਹ ਤਾਰਕ ਭੱਟ ਸਾਹਿਬ ਦੀ ਬੜੀ ਮਿਹਰਬਾਨੀ ਹੈ। ਦੂਸਰੇ ਆਪਣੇ ਉਮਰ ਭੱਟ ਸਾਹਿਬ ਨੇ, ਇਹ ਵੀ ਬੜੇ ਅੱਛੇ ਸਾਡੇ ਸ਼ਿਕਾਰੀ ਭਾਈ ਨੇ, ਬਲਕਿ ਮੈਂ ਬੜਾ ਕੁਝ ਸਿੱਖਿਆ ਉਹਨਾਂ ਕੋਲ। ਅਸੀਂ ਹੁਣ ਰਲ ਮਿਲ ਕੇ ਨਾ ਜਨਾਬ, ਬਲਕਿ ਮਹਿਕਮੇ ਦੀ ਵੀ ਬੜੀ ਮਿਹਰਬਾਨੀ ਹੈ, ਮਹਿਕਮਾ ਮਾਹੀਗੀਰ ਮਛਲੀ ਵਾਲੇ, ਇਹ ਆਪਣੇ ਫਰਾਇਜ਼ ਅੰਜਾਮ ਅੱਛੇ ਤਰੀਕੇ ਨਾਲ ਦਿੰਦੇ ਨੇ। ਕਾਫੀ ਤਾਦਾਦ ਨਾਲ ਮਛਲੀਆਂ ਨਹਿਰਾਂ ਦੇ ਵਿੱਚ, ਦਰਿਆਵਾਂ ਦੇ ਵਿੱਚ ਛੋਟਾ ਛੋਟਾ ਬੱਚਾ ਡਾਲਦੇ ਨੇ, ਇਹ ਆਪਣਾ ਫਰਜ਼ ਅੰਜਾਮ ਦਿੰਦੇ ਨੇ। ਜਿਹੜੇ ਮਾਫੀਆ ਨੇ ਜਾਂ ਚੋਰ ਸ਼ਿਕਾਰੀ ਨੇ, ਇਹ ਗ੍ਰਨੇਡ ਜਾਂ ਬੰਬ ਵਗੈਰਾ ਲਗਾ ਕੇ ਜਾਂ ਜ਼ਹਿਰਲੂਦਾ ਚੀਜ਼ਾਂ ਡਾਲ ਕੇ ਦਰਿਆ ਦੇ ਉੱਤੇ ਇਹ ਮਛਲੀ ਦੀ ਫਜ਼ਾਇਸ਼ ਨੂੰ ਬਹੁਤ ਕੰਮ ਕਰਦੇ ਪਏ ਨੇ। ਅਸੀਂ ਇਸ ਹਵਾਲੇ ਨਾਲ ਕਲੱਬ ਬਣਾਈਏ ਵੀ ਅਸੀਂ ਉਹਨਾਂ ਦੀ ਰੋਕਥਾਮ ਵਾਸਤੇ ਅੱਗੇ ਆਪਣਾ ਕਦਮ ਉਠਾਵਾਂਗੇ। ਠੀਕ ਹੈ। ਤੇ ਇਨਸ਼ਾਅੱਲਾ ਮਹਿਕਮੇ ਨੂੰ ਵੀ ਚਾਹੀਦਾ ਵੀ ਸਾਡੇ ਨਾਲ ਸ਼ਾਨਾ ਬਸ਼ਾਨਾ ਚੱਲਣ
ਤਾਂ ਸਾਡਾ ਸਾਥ ਦੇਣ, ਅਸੀਂ ਉਹਨਾਂ ਨੂੰ ਤਲਾਹ ਦਿਆਂਗੇ ਵੀ ਆਹ ਦੇਖੋ ਇੱਥੇ ਇਹ ਜੁਰਮ ਹੋ ਰਿਹਾ ਤੇ ਉਹਨਾਂ ਦਾ ਹੱਕ ਹੈ ਵੀ ਉਹ ਫੌਰਨ ਉੱਥੇ ਪਹੁੰਚਣ। ਜੀ ਬਿਲਕੁਲ ਇਸ ਤਰ੍ਹਾਂ ਅਸੀਂ ਤਲਾਹ ਕਰਾਂਗੇ ਉਹਨਾਂ ਨੂੰ। ਤੁਸੀਂ ਇਹ ਦੱਸੋ ਕਿ ਕੋਈ ਐਸੇ ਮਖਸੂਸ ਏਰੀਆਜ਼ ਹੁੰਦੇ ਨੇ ਜਿੱਥੇ ਗਵਰਨਮੈਂਟ ਨੇ ਜਾਂ ਮਹਿਕਮੇ ਨੇ ਇਜਾਜ਼ਤ ਦਿੱਤੀ ਹੁੰਦੀ ਹੈ ਵੀ ਇੱਥੇ ਸ਼ਿਕਾਰ ਖੇਡ ਸਕਦੇ ਹੋ? ਕੁਝ ऐसे ममनुआ इलाके भी तो होंगे ही ना भी इधर मछली का शिकार खेलना मना है। ऐसे जगह दे असी बोर्ड पढ़े ने कई जगह दे उत्ते, कोई ऐसियां खतरनाक जगह होंदियां ने, कोई ऐसियां जगह होंदियां ने जिथे पानी ज़्यादा गहरा होंदा है या बंदे दे डिग्गन दा या उत्थे खतरा होंदा है। जी इस वास्ते जिहड़ा मंगला डैम है उत्थे तुसी जाओ तो मंगला डैम दे कई ऐसे हिस्से ने जिधर लिखा है कि इधर मछली का शिकार खेलना ममनू है। हो सकता है वो की वजह है तो महकमा ही जानता ना जी। जी सर तुसी अगर मैं ये चाहना हाँ कि तुसी गाइड की करोगे शिकारी एक चला शिकार खेडन, वो जिहड़ियां जगह ममनू होंदियां ने कि प्रोहिबिटेड एरिया इत्थे शिकार नहीं हो सकता, वो क्यों मना करते हैं? उत्थे की वजह होंदा, उत्थे क्यों नहीं जाना चाहिए? सर जी ये तुसी बड़ा अच्छा सवाल किया है, बिल्कुल होना चाहिए भी सी इस तरह। इस वास्ते असी क्लब्बां बनाने ਜਾਂ ਦੋਸਤ ਇਕੱਠੇ ਜਿਹੜੇ ਸ਼ਿਕਾਰੀ ਹੁੰਦੇ ਨੇ ਸ਼ਿਕਾਰ ਤੇ ਜਾਓ, ਅਸੀਂ ਇਹੀ ਗੱਲ ਕਰਨਾ ਚਾਹੁੰਦੇ ਆ ਇਹਨੂੰ ਤਫਰੀ ਬਣਾ ਕੇ ਖੇਲੋ। ਸ਼ਿਕਾਰ ਨੂੰ ਤਫਰੀ ਕਰਕੇ ਖੇਲਣਾ ਚਾਹੀਦਾ ਵੇ। ਅਗਰ ਜਿੱਥੇ ਮੈਨੂੰ ਲਿਖਿਆ ਹੁੰਦਾ ਤੇ ਬਾਗ ਹੋਣਾ ਚਾਹੀਦਾ ਵੇ, ਠੀਕ ਹੈ। ਫਿਰ ਦੂਸਰੀ ਗੱਲ ਹੈ ਵੀ ਜਦੋਂ ਤੁਸੀਂ ਉੱਪਰ ਜਾਂਦੇ ਹੋ ਸਫਾਈ ਦਾ ਖਾਸ ਖਿਆਲ ਰੱਖੋ। ਛਾਪਰ ਵਗੈਰਾ ਕੋਈ ਚੀਜ਼ਾਂ ਨੇ ਗੰਦ ਜਿਹੜੇ ਡਾਲ ਕੇ ਆਉਂਦੇ ਨੇ, ਕਾਫੀ ਸ਼ਿਕਾਰੀ ਇਸ ਤਰ੍ਹਾਂ ਕਰਦੇ ਨੇ। ਕਈ ਹਵਾਲੇ ਨਾਲ ਅਸੀਂ ਮੂਵੀਆਂ ਵੀ ਬਣਾਈਆਂ ਨੇ ਦਰਿਆ ਤੇ ਵੀ ਆ ਦੇਖੋ ਅਸੀਂ ਇਹ ਛਾਪਰ ਉਠਾ ਰਹੇ ਹਾਂ, ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਤੁਸੀਂ ਵੀ ਸਾਰੇ ਦੋਸਤ ਤਫਰੀ ਕਰਨ ਜਾਓ, ਵੇਖੋ ਅੱਜ ਤੁਸੀਂ ਖੇਲ ਕੇ ਆਏ ਹੋ, ਕੱਲ ਨੂੰ ਫਿਰ ਤੁਹਾਨੂੰ ਹੀ ਜਾਣਾ ਪੈ ਜਾਂਦਾ ਦੂਸਰੇ ਦਿਨ ਤੀਸਰੇ ਦਿਨ, ਤੇ ਤੁਹਾਨੂੰ ਉੱਥੇ ਗੰਦਗੀ ਨਾ ਮਿਲੇ। ਉੱਥੇ ਗੰਦਗੀ ਹੋਏਗੀ ਤੇ ਡੇਂਜਰਸ ਜਾਨਵਰ ਵੀ ਆਉਣਗੇ, ਠੀਕ ਹੈ ਕਿ ਨਹੀਂ। ਤੇ ਇਸ ਹਵਾਲੇ ਨਾਲ ਸਾਡੇ ਦੋਸਤਾਂ ਨੂੰ ਇਤਲਾਹ ਕੀ ਯਾਨੀ ਕਿ ਪੈਗਾਮ ਦਿੱਤਾ ਜਾਂਦਾ ਯਾਰ ਜਿੱਥੇ ਲਿਖਿਆ ਹੁੰਦਾ ਖਤਰਾ ਪਿੱਛੇ ਹਟ ਕੇ ਅੱਛੇ ਤਰੀਕੇ ਨਾਲ ਆਪਣੀ ਫੈਮਿਲੀ ਨਾਲ ਲੈ ਕੇ ਜਾਓ, ਸ਼ਿਕਾਰ ਖੇਲੋ, ਤਫਰੀ ਕਰੋ। ਅਸੀਂ ਜਾਣਾ ਤੇ ਤਫਰੀ ਕਰਨ ਨਹੀਂ, ਆਪਣੇ ਆਪ ਨੂੰ ਵਿਲ ਕਰਨ ਜਾਣਾ ਹੈ ਨਾ, ਇਹ ਤਾਂ ਨਹੀਂ ਆਪਣੇ ਖਤਰਾ ਕਰਨ ਜਾਣਾ ਹੈ ਜਾਣ ਵਾਸਤੇ। ਤੇ ਇਸ ਵਾਸਤੇ ਸਫਾਈ ਦਾ ਵੀ ਖਾਸ ਖਿਆਲ ਰੱਖੋ। ਆਪਣੇ ਤੋਂ ਜਿਹੜਾ ਨਹੀਂ ਸ਼ਿਕਾਰ ਖੇਲਣਾ ਆਉਂਦਾ ਕੋਸ਼ਿਸ਼ ਕਰੋ ਯਾਰ ਉਹਨੂੰ ਟ੍ਰੇਨਿੰਗ ਦਿਓ, ਉਹਨੂੰ ਦੱਸੋ ਵੀ ਯਾਰ ਭਾਈ ਇਸ ਤਰ੍ਹਾਂ ਨਹੀਂ, ਇਸ ਤਰੀਕੇ ਨਾਲ ਤੂੰ ਸ਼ਿਕਾਰ ਖੇਲ। ਤੇ ਅੱਗੋਂ ਅੱਲਾਹ ਪਾਕ ਦੀ ਜ਼ਾਤ ਰਿਜ਼ਕ ਦੇਣ ਵਾਲੀ ਹੁੰਦੀ ਹੈ, ਬੰਦਾ ਕੋਈ ਚੀਜ਼ ਨਹੀਂ। ਤੁਸੀਂ ਦੱਸੋ, ਤੁਸੀਂ ਆਪਣਾ ਫਰਜ਼ ਅੰਜਾਮ ਦਿਓ, ਰਿਜ਼ਕ ਦੇਣਾ ਉਹ ਅੱਲਾਹ ਪਾਕ ਦੇ ਹੱਥ ਦੇ ਵਿੱਚ। ਅੱਛਾ ਤੁਹਾਡੇ ਬਾਰੇ 'ਚ ਇਹ ਵੀ ਬੜਾ ਮਸ਼ਹੂਰ ਹੈ, ਤੁਹਾਡੇ ਸਾਥੀ ਦੋਸਤ ਦੱਸਦੇ ਨੇ ਕਿ ਤੁਸੀਂ ਚਰਾਈ ਦੇ ਬੜੇ ਮਾਹਿਰ ਹੋ ਜੀ। ਤੇ ਉਹ ਜ਼ਰਾ ਸਾਡੇ ਵਿਊਅਰਸ ਨੂੰ ਦੱਸੋ ਜਾਂ ਨਵੇਂ ਜਿਹੜੇ ਸ਼ਿਕਾਰੀ ਸ਼ਿਕਾਰ ਖੇਡਣ ਜਾਣ ਜੀ ਮੱਛਲੀ ਦਾ ਜੀ ਉਹ ਕਿਸ ਕਿਸਮ ਦੀ ਗ਼ਜ਼ਾ ਬਣਾ ਕੇ ਤੁਸੀਂ ਦੇ ਸਕਦੇ ਹੋ ਕਿਸੇ ਨੂੰ, ਜਾਂ ਉਹਨਾਂ ਨੂੰ ਗਾਈਡ ਕਰ ਦਿਓ ਵੀ ਇੰਜ ਦੀ ਇਹ ਚੀਜ਼ਾਂ ਮਿਕਸ ਕਰਕੇ ਗ਼ਜ਼ਾ ਬਣਾ ਕੇ ਤੇ ਪਾਣੀ 'ਚ ਸੱਟੋ ਤੇ ਉੱਥੇ ਫਿਰ ਮੱਛਲੀ ਆ ਜਾਏਗੀ? ਉਹਦੇ ਬਾਰੇ 'ਚ ਕੁਝ ਦੱਸੋ ਜੀ। ਬਹੁਤ ਬਹੁਤ ਸ਼ੁਕਰੀਆ, ਇਹ ਵੀ ਤੁਸੀਂ ਬੜਾ ਅੱਛਾ ਸਵਾਲ ਕੀਤਾ। ਅਸੀਂ ਇਸ ਹਵਾਲੇ ਨਾਲ ਵੀ ਕਾਫੀ ਲੋਕਾਂ ਨੂੰ ਗਾਈਡ ਕਰੀਦਾ। ਅੱਲਾਹ ਪਾਕ ਨੇ ਮੈਨੂੰ ਵੀ ਬੜੀ ਇੱਜ਼ਤ ਦਿੱਤੀ। ਇਸ ਤਰ੍ਹਾਂ ਮੈਂ ਵੀ ਜਦੋਂ ਮੈਨੂੰ ਨਹੀਂ ਸੀ ਸ਼ਿਕਾਰ ਖੇਲਣਾ ਆਉਂਦਾ ਤੇ ਬਜ਼ੁਰਗ ਜਿਹੜੇ ਸ਼ਿਕਾਰੀ ਹੁੰਦੇ ਸੀ ਉਹਨਾਂ ਦਾ ਤਰਲਾ ਮਿੰਨਤ ਕਰੀਦਾ ਸੀ, ਜਾਂ ਤੁਹਾਡੀ ਮਿਹਰਬਾਨੀ ਦੱਸੋ, ਉਹ ਗਾਈਡ ਕਰਦੇ ਸਨ। ਉਹਨਾਂ ਨੂੰ ਲੈ ਕੇ ਮੈਂ ਵੀ ਚੱਲਦਾ ਆ ਰਿਹਾ। ਅਗਰ ਮੈਨੂੰ ਕੋਈ ਦੋਸਤ ਪੁੱਛਦਾ ਤਾਂ ਮੈਂ ਉਹਨੂੰ ਦੱਸਣਾ ਵਾ ਜਿਹੜਾ ਆਸਾਨ ਤਰੀਕਾ ਨਾ ਸ਼ਿਕਾਰ ਦਾ। ਇੱਕ ਤੇ ਘਰ ਦਾ ਆਟਾ ਜਿਹੜਾ ਫਾਈਨ ਆਟਾ ਜਿਹੜਾ ਹੁੰਦਾ ਉਹਦਾ ਤੁਸੀਂ ਅੱਛੇ ਤਰੀਕੇ ਨਾਲ ਕੋਈ ਚੀਨੀ ਜਾਂ ਕੋਈ ਸ਼ੀਰਾ ਵਗੈਰਾ ਡਾਲ ਲਓ, ਮਿੱਠੀ ਚੀਜ਼ ਕੋਈ ਡਾਲ ਸਕਦੇ ਹੋ, ਉਹਨੂੰ ਅੱਛੇ ਤਰੀਕੇ ਨਾਲ ਉਹਦੀ ਬਣਾ ਕੇ ਤੇ ਕਾਂਟੇ ਨੂੰ ਲਗਾ ਸਕਦੇ ਹੋ। ਦੂਸਰਾ ਛੋਟੀ ਮੱਛਲੀ ਪੂੰਗਾ ਤੁਸੀਂ ਉੱਥੇ ਹੁੰਦਾ ਛੋਟੀ ਛੋਟੀ ਮੱਛੀਆਂ ਸਭ ਤੋਂ ਜ਼ਿਆਦਾ ਉਹ ਤੁਸੀਂ ਉਹ ਅਵੇਲੇਬਲ ਉਸੇ ਟਾਈਮ ਮਿਲ ਵੀ ਜਾਂਦੀਆਂ ਨੇ, ਤੁਸੀਂ ਉਹ ਵੀ ਕਾਂਟੇ ਨੂੰ ਲਗਾ ਕੇ ਨਾ ਕੁੰਡੀ ਨੂੰ ਲਾ ਕੇ ਉਹ ਵੀ ਉੱਥੇ ਫੈਂਕ ਸਕਦੇ ਹੋ। ਦੂਸਰੀ ਗੱਲ ਜਿਹੜੇ ਇੱਕ ਆਟਾ ਹੁੰਦਾ ਮਕਈ, ਬਦਾਮਾਂ ਦੀ ਖੱਲ, ਤਿਲਾਂ ਦੀ ਖੱਲ ਤੇ ਸੂਜੀ, ਠੀਕ ਹੈ, ਤੇ ਮੈਦਾ ਤੇ ਸਾਦੇ ਚਾਵਲ ਜਿਹੜੇ ਉਬਲੇ ਹੁੰਦੇ ਨੇ, ਉਹ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਉਹਦੇ ਅੰਦਰ ਵੀ ਤੁਸੀਂ ਮਿੱਠੀ ਚੀਜ਼ ਡਾਲ ਦਿਓ, ਕੋਈ ਰਸਗੁੱਲਿਆਂ ਦਾ ਸ਼ੀਰਾ ਜਾਂ ਜਲੇਬੀਆਂ ਦਾ ਸ਼ੀਰਾ ਤੁਸੀਂ ਇਹ ਡਾਲ ਕੇ ਤੇ ਜਿਸ ਤਰ੍ਹਾਂ ਘਰ ਆਟਾ ਗੁੰਨਦੀਆਂ ਨੇ ਬੀਬੀਆਂ ਉਸ ਤਰ੍ਹਾਂ ਗੁੰਨ ਕੇ ਇਹ ਕਾਂਟੇ ਨਾਲ ਲਗਾਓ ਤੇ ਇਨਸ਼ਾਅੱਲਾ ਪਾਕ ਅੱਲਾ ਰਿਜ਼ਕ ਦੇਗਾ। ਇੱਕ ਚੀਜ਼ ਹੋਰ ਵੀ ਹੈ, ਅਸੀਂ ਉਹਨਾਂ ਚੀਜ਼ਾਂ ਕਿਸੇ ਵਕਤ ਨਹੀਂ ਅਵੇਲੇਬਲ ਹੁੰਦੀਆਂ। ਦਰਿਆਵਾਂ 'ਤੇ ਜਾਂਦੇ ਹਾਂ ਅਸੀਂ, ਖਾਣਾ ਛਾਣਾ ਲੈ ਕੇ ਜਾਂਦੇ, ਤੁਸੀਂ ਰੋਟੀ ਜਿਹੜੀ ਹੁੰਦੀ ਨਾ ਰੋਟੀ ਛੋਟੇ ਛੋਟੇ ਟੁਕੜੇ ਉਹ ਵੀ ਕਾਂਟੇ ਨੂੰ ਲਗਾ ਸਕਦੇ ਕੁੰਡੀ ਨੂੰ, ਠੀਕ ਹੈ। ਅਕਸਰ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ, ਬ੍ਰੈਡ ਸਾਡੇ ਕੋਲ ਹੁੰਦੀ ਹੈ, ਜੈਮ ਵੀ ਹੁੰਦਾ, ਠੀਕ ਹੈ। ਉਹ ਅਸੀਂ ਉਹ ਬ੍ਰੈਡ ਜਿਹੜੀ ਹੈ ਨਾ ਉਹਨੂੰ ਵੀ ਉਹ ਜੈਮ ਲਗਾ ਕੇ ਜਾਂ ਕੋਈ ਕੇਲਾ ਲੈ ਸਕਦੇ ਹੋ ਤੁਸੀਂ ਖਾਣ ਵਾਲਾ ਫਰੂਟ, ਉਹ ਕੇਲੇ ਦੇ ਵਿੱਚ ਬ੍ਰੈਡ ਨੂੰ ਮਿਕਸ ਕਰਕੇ ਉਹ ਵੀ ਕਾਂਟੇ ਦੇ ਲਗਾਓ ਤੁਸੀਂ। ਉਹਨਾਂ ਵੀ ਸਭ ਤੋਂ ਆਸਾਨ ਹੱਲ ਇਹ ਵੀ ਮੱਛੀਆਂ ਇਨਸ਼ਾਅੱਲਾ ਜ਼ਰੂਰ ਲੱਗਣਗੀਆਂ। ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਵੀ
ਪ੍ਰਾਹੁਣਿਆਂ ਦੀਆਂ ਗੱਲਾਂ ਬਾਤਾਂ ਸੁਣੀਆਂ। ਇਹਨਾਂ ਅਸਾਤਜ਼ਾ ਨੇ, ਇਹਨਾਂ ਦਾਨਸ਼ਵਰਾਂ ਨੇ, ਮੱਛਲੀ ਦੇ ਸ਼ਿਕਾਰ ਦੇ ਇਹਨਾਂ ਮਾਹਿਰੀਨ ਨੇ ਸਾਡੇ ਵੇਖਣ ਵਾਲਿਆਂ ਨੂੰ ਬਿਲ ਅਮੂਮ ਤੇ ਸਾਡੇ ਮੱਛਲੀ ਦੇ ਸ਼ਿਕਾਰ ਦੇ ਸ਼ੌਕੀਨ ਅਹਬਾਬ ਜਿਹੜੇ ਨੇ ਉਹਨਾਂ ਲਈ ਬਿਲ ਖੁਸੂਸ ਬੜੀਆਂ ਬੜੀਆਂ ਕੰਮ ਦੀਆਂ ਗੱਲਾਂ ਸਾਨੂੰ ਵੀ ਦਸੀਆਂ, ਤੁਹਾਡੇ ਨਾਲ ਵੀ ਅਸਾਂ ਸਾਂਝੀਆਂ ਕੀਤੀਆਂ। ਪਿਆਰਿਓ, ਸ਼ਿਕਾਰ ਮੱਛਲੀ ਦਾ ਇੱਕ ਗੇਮ ਹੈ। ਇਹਨੂੰ ਗੇਮ ਦੇ ਤੌਰ ਤੇ ਹੀ ਲੈਣਾ ਚਾਹੀਦਾ ਹੈ, ਇੱਕ ਸ਼ੁਗਲ, ਇੱਕ ਖੇਡ ਦੇ ਤੌਰ ਦੇ ਉੱਤੇ ਇਹਨੂੰ ਇੰਜੋਏ ਕਰਨਾ ਚਾਹੀਦਾ ਹੈ। ਬਾਇਸੇ ਰਹਿਮਤ ਹੋਣਾ ਚਾਹੀਦਾ ਹੈ ਸ਼ਿਕਾਰ, ਬਾਇਸੇ ਜ਼ਹਿਮਤ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਸਾਡੇ ਮਿਹਰਬਾਨ ਜ਼ਫਰ ਜਾਫਰੀ ਸਾਹਿਬ ਹੋਰਾਂ ਦੱਸਿਆ, ਜਿਹੜੇ ਕਿ ਸਦਰ ਨੇ ਸਿਆਲਕੋਟ ਐਂਗਲਰਜ਼ ਐਸੋਸੀਏਸ਼ਨ ਦੇ, ਉਹਨਾਂ ਜੀ ਕੋ ਫਰਮਾਇਆ ਕਿ ਰਿਸਕ ਲੈ ਕੇ ਦਰਿਆ ਦੇ ਵਿੱਚ ਉਤਰ ਕੇ ਕਿਸੇ ਨਰਮ ਉਬਰੇਤੇ ਦੇ ਉੱਤੇ ਖਲੋ ਕੇ, ਰੇਤ ਤੇ ਖਲੋ ਕੇ, ਕਿਸੇ ਐਸੀ ਫਿਸਲਣ ਵਾਲੀ ਜਗ੍ਹਾ ਤੇ ਖਲੋ ਕੇ ਕਦੀ ਸ਼ਿਕਾਰ ਨਹੀਂ ਖੇਡਣਾ ਚਾਹੀਦਾ ਜਿੱਥੇ ਅਸਤਗਫੁਰੁੱਲਾਹ ਕਿਸੇ ਜਾਨੀ ਹਾਦਸੇ ਦਾ ihtimal ਹੋਵੇ। ਇਸ ਤੋਂ ਅੱਡ ਉੱਥੇ ਗੰਦ ਨਹੀਂ ਪਾਉਣਾ ਚਾਹੀਦਾ। ਜਿੱਥੇ ਸ਼ਿਕਾਰ ਖੇਡਣ ਅਸੀਂ ਜਾਂਦੇ ਹਾਂ ਉੱਥੇ ਅਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਫਾਲਤੂ ਰੈਪਰ, ਸ਼ੌਪਰ ਤੇ ਡੱਬੇ ਗੱਤੇ ਦੇ ਜਿਹੜੇ ਨੇ ਉੱਥੇ ਹੀ ਸੁੱਟ ਕੇ ਆ ਜਾਂਦੇ ਹਾਂ, ਗੰਦ ਪਾ ਦਿੰਦੇ ਹਾਂ। ਇਸ ਤੋਂ ਇਲਾਵਾ ਮਹਿਕਮਾ ਫਿਸ਼ਰੀਜ਼ ਦੇ ਜਿਹੜੇ ਕਵਾਨੀਨ ਨੇ ਉਹਨਾਂ ਰੂਲਸ ਦੀ ਸਾਨੂੰ ਪਾਸਦਾਰੀ ਕਰਨੀ ਚਾਹੀਦੀ ਹੈ। ਇਖਲਾਕੀਆਤ ਦਾ ਲਿਹਾਜ਼ ਕਰਨਾ ਚਾਹੀਦਾ ਹੈ, ਮਲਹੂਜ਼ ਰੱਖਣਾ ਚਾਹੀਦਾ ਹੈ। ਸਾਡੇ ਮੁਆਸ਼ਰਤੀ ਆਦਾਬ ਕੀ ਨੇ, ਸਾਡਾ ਕਲਚਰ ਕੀ ਹੈ। ਅਸੀਂ ਦੇਸ਼ ਪੰਜਾਬ ਦੇ ਰਹਿਣ ਵਾਲੇ ਹਾਂ। ਸਾਡੇ ਆਪਣੇ ਇੱਕ ਬੜੇ ਪਿਆਰੇ, ਬੜੇ ਮਨ ਮੋਹਣੇ, ਬੜੇ ਮਨ ਠਾਰ ਅਸੂਲ ਨੇ, ਉਹਨਾਂ ਨੂੰ ਕਦੀ ਇੱਥੋਂ ਨਹੀਂ ਛੱਡਣਾ ਚਾਹੀਦਾ। ਪਿਆਰਿਓ, ਇਹਦੇ ਨਾਲ ਹੀ ਸਾਨੂੰ ਦਿਓ ਅੱਜ ਫੇਰ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ